ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ। ਸੰਤ ਜਨਾ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਗਵਾਇਓ। ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਨਿਵਾਇਓ। ਸਰਬ ਸੂਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈ ਸਾਹੁ। ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾਹੁ। ਗੁਰੂ ਗਰੀ ਨਿਵਾਜ ਅੰਤਰਜਾਮੀ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਜੀ ਹੋਈ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਓ। ਸਰਬੱਤ ਸੰਗਤਾਂ ਦਸਾਂ ਗੁਰਾਂ ਦੀ ਜਾਗਦੀ ਜੋਤ ਹਾਜ਼ਰਾ ਹਜ਼ੂਰ ਜਹਰਾ ਜਹੂਰ ਚਬਰ ਛਤਰ ਤਖਤ ਦੇ ਮਾਲਕ ਸ਼ਬਦ ਅਵਤਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵੱਲ ਧਿਆਨ ਕਰਦੇ ਹੋਏ ਝੁਕਾਓ ਸੀਸ ਬੁਲਾਓ ਸਤਿਗੁਰਾਂ ਨੂੰ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਸੰਸਾਰ ਨੂੰ ਸੇਧ ਦੇਣ ਵਾਸਤੇ ਤਾਰਨ ਵਾਸਤੇ। ਜਦੋਂ ਪਹਿਲਾਂ ਸਮੇਂ ਅੱਛੇ ਹੁੰਦੇ ਸੀ ਸਤਿਯੁਗ ਦੇ ਵਿੱਚ ਸਤਿਯੁਗ ਸੱਤ ਤੇਤਾ ਜੱਗੀ ਦੁਆਪਰ ਪੂਜਾ ਚਾਰ। ਪਹਿਲਾਂ ਸਤਿਯੁਗ ਦੇ ਵਿੱਚ ਲੋਕ ਸਤ ਪ੍ਰਤੱਗੀ ਸੀ ਸੱਚ ਬੋਲਦੇ ਸੀ। ਕੋਈ ਕਿਸੇ ਦਾ ਦਿਲ ਨਹੀਂ ਸੀ ਦਿਖਾਉਂਦਾ ਕੋਈ ਚੋਰੀ ਨਹੀਂ ਸੀ ਕਰਦਾ ਹੇਰਾ ਫੇਰੀ ਨਹੀਂ ਸੀ ਕਰਦਾ ਵਿਸ਼ਿਆਂ ਵਿਕਾਰਾਂ ਵਿੱਚ ਜ਼ਿਆਦਾ ਨਹੀਂ ਸੀ ਉਲਝਦੇ ਮਾਇਆ ਵਿੱਚ ਨਹੀਂ ਸੀ ਉਲਝਦੇ। ਸਤਿਯੁਗੀ ਜੀਵ ਕੈਸੇ ਹੁੰਦੇ ਸੀ। ਰੰਕਾ ਤੇ ਬੰਕਾ ਦੋ ਭਾਈ ਹੋਏ ਨੇ। ਉਹ ਤੁਰੇ ਜਾਂਦੇ ਸੀ ਰੰਕਾ ਪਿੱਛੇ ਬੰਕਾ ਜਿਹੜਾ ਛੋਟਾ ਸੀ ਪਿੱਛੇ ਤੁਰਿਆ ਆਉਂਦਾ ਸੀ। ਗੱਲ ਕਰਦੇ ਆ ਵੀ ਉਦੋਂ ਜ਼ਮਾਨਾ ਕਿਹਾ ਜਾ ਸੀ। ਰਾਸਤੇ ਵਿੱਚ ਸੋਨੇ ਦੀਆਂ ਮੋਹਰਾਂ ਡਿੱਗੀਆਂ ਹੋਈਆਂ ਸੀ ਦੋ। ਰੰਕਾ ਉਹਦੇ ਤੇ ਫਟਾਫਟ ਪੈਰ ਰੱਖ ਕੇ ਖੜ ਗਿਆ। ਮਿੱਟੀ ਪਾਤੀ ਉੱਤੇ ਪੈਰ ਰੱਖ ਲਿਆ। ਬੰਕਾ ਇੱਕ ਫਰਲਾਂਗ ਪਿੱਛੇ ਸੀ। ਕਹਿੰਦੇ ਕੀ ਹੋਇਆ? ਕਹਿੰਦੇ ਉਹੀ ਮਿੱਟੀ ਜੀ ਸੀ ਬਸ ਮਿੱਟੀ ਜੀ ਪਾਤੀ ਉੱਤੇ। ਫਿਰ ਕਹਿੰਦੇ ਅੱਛਾ ਚੱਲ ਚੰਗਾ ਕੀਤਾ ਮਿੱਟੀ ਨਾਲ ਮਿੱਟੀ ਢੱਕਤੀ। ਐ ਸੀ ਵੀ ਜਿੱਥੇ ਸੋਨਾ ਪਿਆ ਪਿਆ। ਧੀਆਂ ਭੈਣਾਂ ਦੀ ਇੱਜ਼ਤ ਸਾਰੇ ਸਾਂਝੀ ਸਨ ਬਈ ਇਹ ਤਾਂ ਮੇਰੇ ਹੁੰਦਿਆਂ ਦੀ ਗੱਲ ਆ ਜਾਣੀ। ਪੁਰਾਣੇ ਜਿਹੜੇ ਬੈਠਿਆ ਅੱਜ ਤੋਂ 60-70 ਸਾਲ ਵਾਲੇ ਉਹ ਦੇਖ ਲਓ। ਜਦ ਅਸੀਂ ਪਿੰਡ ਰਹਿੰਦੇ ਹੁੰਦੇ ਜੇ ਦਰਵਾਜ਼ੇ 'ਚ ਬੁੜੇ ਬੈਠਦੇ ਬਜ਼ੁਰਗ ਅਖਬਾਰਾਂ ਪੜ੍ਹਦੇ ਤਾਸ਼ ਖੇਡਦੇ ਹੁੰਦੇ ਸੀ। ਜੇ ਪਿੰਡ ਦੀ ਕੁੜੀ ਲੰਘ ਜਾਂਦੀ ਸੀ ਨਾ ਵੀ ਉਹ ਕੁੜੀ ਆ ਗਈ ਪਿੰਡ ਦੀ ਸਾਰਿਆਂ ਨੀਵੀਆਂ ਪਾ ਲੈਣੀਆਂ ਚੁੱਪ ਕਰ ਜਾਣਾ। ਭੈਣ ਆਈ ਹੈ ਭੈਣ ਆ ਗਈ। ਉਹ ਜਦ ਤੱਕ ਲੰਘ ਨਹੀਂ ਸੀ ਜਾਂਦੀ ਕੋਈ ਬੋਲਦਾ ਨਹੀਂ ਸੀ। ਇਹ ਸਮਾਂ ਵੀ ਦੇਖਿਆ ਹੋਇਆ ਸਾਡਾ। ਲੋਕਾਂ ਦੇ ਮਨਾਂ ਵਿੱਚ ਵਿਕਾਰ ਨਹੀਂ ਸੀ ਹੁੰਦੇ ਪਹਿਲਾਂ। ਆਹ ਤਾਂ ਹੁਣ ਇੰਨੇ 30-40 ਸਾਲਾਂ ਤੋਂ ਜ਼ਿਆਦਾ ਹੀ ਕੁਛ ਵਿਕਾਰਾਂ ਦਾ ਘੇਰਾ ਪਿਆ ਹੋਇਆ।
ਝੂਠ ਤੂਫਾਨ ਕਲਯੁਗ ਦਾ ਪ੍ਰਭਾਵ ਬਹੁਤ ਜ਼ਿਆਦਾ ਵੱਧ ਗਿਆ। ਇਸ ਤਰ੍ਹਾਂ ਪਹਿਲਾਂ ਸਤਿਯੁਗ ਸੀ, ਲੋਕੀ ਸਤਪ੍ਰਤੱਗੀ ਸੀ। ਕੀ ਉਦਾਹਰਨ ਦਈਏ ਭਗਤ ਮਾਰਕੰਡਾ ਜੀ ਦੀ। ਆ ਪੂਲੇ ਹੁੰਦੇ ਜਿਹੜੇ ਪੂਲੇ, ਇਹਨਾਂ ਦੀ ਪੰਡ ਜੀ ਬੰਨ੍ਹ ਕੇ ਸਿਰ 'ਤੇ ਰੱਖੀ ਹੁੰਦੀ ਸੀ। ਜੇ ਕਿਸੇ ਨੇ ਕਹਿਣਾ ਭਗਤ ਜੀ ਘਰ ਪਾ ਲਓ, ਕੋਈ ਝੌਂਪੜੀ ਪਾ ਲਓ ਮਾੜੀ ਮੋਟੀ, ਕਹਿੰਦੇ ਬੜਾ ਕਿਤੇ ਜਿਉਣਾ, ਲੱਖ ਵਰਾ ਤਾਂ ਜਿਉਣਾ ਸਾਰਾ। ਹੁਣ ਲੱਖ ਵਰੇ ਪਿੱਛੇ ਘਰ ਪਾਉਂਦੇ ਫਿਰੋ। ਕਹਿੰਦੇ ਜਦ ਧੁੱਪ ਆਉਂਦੀ ਇੱਧਰੋਂ ਪੂੜਾ ਇੱਧਰ ਰੱਖ ਲਈਦਾ, ਮੀਂਹ ਆਉਂਦਾ ਸਿਰ 'ਤੇ ਰੱਖ ਲੈਂਦਾ ਪੂੜਾ, ਇੱਧਰੋਂ ਧੁੱਪ ਆਉਂਦੀ ਇੱਧਰ ਰੱਖ ਲੈਂਦਾ। ਇਹੋ ਜਿਹੇ ਲੋਕ ਸੀ ਸਤਿਯੁਗ ਦੇ। ਹੁਣ ਤਾਂ ਉਰੇ 50 ਸਾਲ ਦੀ ਉਮਰ ਨਹੀਂ ਹੁੰਦੀ, 40 ਦੀ। ਪਹਿਲਾਂ ਕੋਠੀ ਪਾਉਣ ਬਹਿਨੇ ਆਪਾਂ, ਗੱਡੀਆਂ ਮੋਬਾਈਲ ਜੇ ਉਹ ਸਾਰਾ ਕੁਝ। ਮੈਂ ਨਹੀਂ ਕਹਿੰਦਾ ਨਾ ਲਓ, ਪਰ ਚਿੰਬੜ ਗਏ ਜ਼ਿਆਦਾ। ਭਾਈ ਗੁਰਦਾਸ ਜੀ ਲਿਖਦੇ ਨੇ ਅੱਜ ਕੱਲ੍ਹ ਦੇ ਲੋਕਾਂ ਬਾਰੇ, ਕਹਿੰਦੇ ਜਿਉਂ ਥਣ ਚਿੰਬੜ ਚਿਚੜੀ। ਆਪਾਂ ਪਿੰਡਾਂ ਵਾਲੇ ਜਾਣਦੇ ਵੀ ਜੇ ਚਿਚੜੀ ਚਿੰਬੜ ਜੇ ਮੈਂਸ ਨੂੰ ਦੁੱਧ ਜਾਂ ਚੋਨੇ, ਅਗਲਾ ਲੈ ਤਾਂ ਚਿਚੜੀਆਂ ਬਹੁਤ ਲੱਗੀ, ਚਿੱਚੜ ਵੱਡੇ ਵੱਡੇ ਚਿੰਬੜ ਜਾਂਦੇ ਆ। ਭਾਈ ਗੁਰਦਾਸ ਜੀ ਕਹਿੰਦੇ ਉਹ ਥਣਾ ਕੋਲ ਚਿੰਬੜਦਾ, ਕਹਿੰਦੇ ਉਹ ਦੁੱਧ ਨਾ ਪੀਵਾ। ਲਓ ਇਹ ਵੀ ਚਿੱਚੜ ਦੀ ਨਿਸ਼ਾਨੀ ਦੇ ਲਓ, ਲਹੂ ਖਾਵੇ। ਚਿੱਚੜ ਨੂੰ ਆਦਤ ਹੁੰਦੀ ਹੈ ਵੀ ਦੁੱਧ ਨਹੀਂ ਪੀਣਾ, ਲਹੂ ਖਾਣਾ। ਹੁਣ ਲੋਕਾਂ ਦਾ ਕੀ ਸੁਭਾਅ ਆ? ਗੁਰੂ ਗ੍ਰੰਥ ਸਾਹਿਬ ਕੋਲ ਆਤਮਿਕ ਅਧਿਆਤਮਿਕ ਸਾਰਾ ਕੁਛ ਹੈ, ਇਹ ਨਹੀਂ ਲੈਣਾ ਕਿਸੇ ਨੇ। ਜਿਹੜੇ ਚਿੱਚੜ ਵਾਂਗੂ ਲਹੂ ਪੀਣ ਵਾਲਾ ਕੰਮ ਜ਼ਿਆਦਾ ਕਰਨਾ ਕਿ ਪੈਸੇ ਕਿੰਨੇ ਮਿਲਣਗੇ, ਕਿੱਥੋਂ ਪੈਸੇ ਕਿੰਨੇ ਬਣਨਗੇ। ਮੈਂ ਹੈਰਾਨ ਆ ਬਈ ਅੱਗੇ ਕਹਿੰਦੇ ਹੁੰਦੇ ਸੀ ਮਨ ਬਾਣੀ ਸਰੀਰ ਕਰਕੇ ਬਾਣੀ ਪੜ੍ਹਦੇ ਆ, ਮਨ ਬਾਣੀ ਸਰੀਰ ਕਰਕੇ ਨਾਮ ਜਪਦੇ ਆ। ਔਰ ਦੁਨੀਆ ਦੀ ਹਾਲਤ ਦੇਖੀ ਹੈ ਵੀ ਮਨ ਬਾਣੀ ਸਰੀਰ ਕਰਕੇ ਮਾਨੇ ਮੋਖੇ ਮਾਇਆ ਮਾਇਆ ਹੁੰਦੀ ਫਿਰਦੀ। ਇਹਦੇ 'ਚ ਮੈਂ ਇਹ ਨਹੀਂ ਕਹਿੰਦਾ ਕਿ ਮਾਇਆ ਨਹੀਂ ਚਾਹੀਦੀ। ਮੇਰੇ ਵੱਲੋਂ ਤੁਸੀਂ ਰਾਜੇ ਬਣੋ, ਰਾਜੇ ਸੋਨੇ ਦੇ ਮਹਿਲ ਪਾ ਲਓ, ਕੋਈ ਡਰ ਨਹੀਂ, ਪਰ ਰਾਜੇ ਜਨਕ ਵਾਂਗੂ ਬਣੋ। ਰਾਜਾ ਜਨਕ ਬਣ ਜਾਓ, ਰਾਵਣ ਵਰਗੇ ਨਾ ਬਣੋ। ਰਾਵਣ ਦੀ ਵੀ ਲੰਕਾ ਸੋਨੇ ਦੀ ਸੀ, ਲੰਕਾਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਬਾਣੀ 'ਚ ਉਹਨੂੰ ਮੂਰਖ ਆਖਿਆ ਗਿਆ। ਤਿਆਗ ਦੀ ਭਾਵਨਾ ਹੈ ਨਹੀਂ। ਅਸੀਂ ਪਹਿਲਾਂ ਬੜੇ ਸ਼ੌਂਕ ਨਾਲ ਜਾਂਦੇ ਹੁੰਦੇ ਸੀ ਦੀਵਾਨਾਂ 'ਚ, ਜਦ ਸੰਗਤ ਬਹੁਤ ਵਧੀਆ ਹੁੰਦੇ ਸੀ। ਵੱਡੇ ਮਹਾਂਪੁਰਖ ਬਾਬੇ ਰਾੜੇ ਵਾਲੇ, ਬਾਬਾ ਈਸਰ ਸਿੰਘ ਜੀ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲੇ, ਬਾਬਾ ਮੀਆਂ ਸਿੰਘ ਜੀ, ਇਹਨਾਂ ਦੀਆਂ ਬਰਸੀਆਂ ਹੁਣ ਆਹ ਮਹੀਨੇ ਸਾਰਾ ਚੱਲਣੀਆਂ। ਦੇਖ ਲਓ ਉੱਥੇ ਜਾ ਕੇ ਜਮਾਂ ਹੀ ਸੁਰਤ ਭੁੱਲ ਜਾਂਦੀ ਸੀ। ਮਾਇਆ ਦੀ ਤਾਂ ਗੱਲ ਹੀ ਨਹੀਂ, ਬਸ ਨਾਮ ਦੀ ਗੱਲ ਹੁੰਦੀ ਸੀ, ਤਿਆਗ ਦੀ, ਵਿਰਾਗ ਦੀ, ਵਿਵੇਕ ਦੀ ਗੱਲ ਹੁੰਦੀ ਸੀ। ਖਾਣ ਪੀਣ ਦੀ ਕੋਈ ਇੱਛਾ ਨਹੀਂ ਸੀ ਹੁੰਦੀ। ਪੁਰਾਣੀਆਂ ਮਾਈਆਂ ਜਿਹੜੀਆਂ 100-100 ਸਾਲ ਦੀਆਂ ਹੋ ਕੇ ਚੜ੍ਹਾਈ ਕੀਤੀਆਂ ਫਤਿਹਗੜ੍ਹ ਸਾਹਿਬ ਦੇ ਏਰੀਏ 'ਚ, ਉਹਨਾਂ ਤੋਂ ਸਾਨੂੰ ਪੁਰਾਣਾ ਇਤਿਹਾਸ ਮਿਲਦਾ ਹੁੰਦਾ ਸੀ। ਕਹਿੰਦੀਆਂ ਸੀ ਪਹਿਲਾਂ ਅਸੀਂ ਫਤਿਹਗੜ੍ਹ ਸਾਹਿਬ ਗੱਡੇ 'ਤੇ ਜਾਂਦੀਆਂ ਸੀ, ਸਾਰੇ ਕੱਪੜੇ ਚਿੱਟੇ ਪਾ ਕੇ, ਚਿੱਟੀ ਮਾਲਾ ਫੜ ਕੇ ਭਜਨ ਕਰਦੇ ਜਾਣਾ, ਅਤੇ ਉੱਥੇ ਦਰੀਆਂ 'ਤੇ ਬਹਿ ਕੇ ਕੋਈ ਗੱਲ ਨਹੀਂ ਕਿਸੇ ਨੇ ਕਰਨੀ, ਸਾਰਿਆਂ ਨੇ ਪਾਠ ਕਰਨੇ, ਅਤੇ ਬਸ ਦਾਲ ਰੋਟੀ ਖਾਂਦੇ ਹੁੰਦੇ ਲੰਗਰਾਂ 'ਚ। ਕੋਈ ਸਰਕਸ ਨਹੀਂ ਹੁੰਦੀ, ਕੋਈ ਖਿਡੌਣੇ ਨਹੀਂ ਸੀ ਹੁੰਦੇ, ਕੋਈ ਕਹਿੰਦੇ ਕੋਈ ਹੱਸਦਾ ਨਹੀਂ ਸੀ ਹੁੰਦਾ। ਅੱਖਾਂ ਵਿੱਚੋਂ ਬਰਾਗ ਦਾ ਜਲ ਜਾਂਦਾ ਹੁੰਦਾ ਸੀ ਸਾਹਿਬਜ਼ਾਦਿਆਂ ਨੂੰ ਯਾਦ ਕਰਕੇ। ਐਸੇ ਸੰਸਾਰ ਜਿਹੜਾ, ਔਰ ਦੇਖਦੇ ਹਾਂ ਬਈ ਜ਼ਮਾਨਾ ਹੋਰ ਹੀ ਆ ਗਿਆ। ਕਿਉਂਕਿ ਜਿਹੜੇ ਪਿਛਲੇ ਸਮੇਂ ਵਿੱਚ ਸਨ 2000 ਤੋਂ ਜਿਹੜੇ ਪਹਿਲਾਂ ਜਨਮ ਲਿਆ, ਜਿਨ੍ਹਾਂ ਨੇ 1900 'ਚ ਜਨਮ ਲਿਆ, 1901, 2, 3 ਤੋਂ ਲੈ ਕੇ 1975, 80 ਤੱਕ ਵੀ ਜਨਮ ਲਿਆ, 1970 ਤੱਕ, ਇਹ ਬੰਦੇ ਹੋਰ ਤਰ੍ਹਾਂ ਦੇ। ਜਿਹੜੇ ਹੁਣ 2000 ਤੋਂ ਉੱਤੇ ਟੱਪ ਕੇ ਜਨਮ ਲੈ ਰਹੇ ਨੇ,
ਇਹਨਾਂ ਤੋਂ ਤਾਂ ਅਸੀਂ ਬਹੁਤ ਡਰਦੇ ਹਾਂ। ਚਾਹੇ 2 ਸਾਲ ਦਾ ਵੀ ਹੋਵੇ ਤਾਂ ਵੀ ਡਰ ਲੱਗਦਾ ਵੀ ਇਹ ਸ਼ੈਤਾਨ ਆ ਗਿਆ ਹੁਣ। ਬੜੇ ਸ਼ੈਤਾਨ ਨੇ ਨਿਆਣੇ ਅੱਜ ਕੱਲ੍ਹ। ਨਿੱਕੀ ਜਿਹੀ ਉਂਗਲ ਮੋਬਾਈਲ 'ਤੇ ਜਿਉਂ ਘੁਮਾਉਣ ਲੱਗਦੇ ਆ, ਉਹਨੂੰ ਪਤਾ ਹੀ ਨਹੀਂ ਬਾਣੀ ਹੁੰਦੀ ਕੀ ਆ। ਇਸ ਕਰਕੇ ਹੁਣ ਚੱਕਰ ਇਹ ਵੀ ਇਹ ਸਾਂਭਣਾ ਸੀਗਾ ਅਗਲੀ ਪੀੜ੍ਹੀ ਨੂੰ, ਆਪਣੇ ਮਾਤਾ ਪਿਤਾ ਸਾਰਿਆਂ ਨੇ। ਮਾਵਾਂ ਨੇ ਸਾਂਭਣੇ ਸੀ ਬੱਚੇ। ਸਾਡੇ ਵੇਲੇ ਜਿਹੜੇ ਬੈਠਕ ਹੁੰਦੀ ਸੀ, ਮੈਂ ਜਦ ਹੁਣ ਕਿਸੇ ਨੂੰ ਦੱਸਦਾ ਵੀ ਅਸੀਂ 19 ਘੰਟੇ ਇੱਕੋ ਚੌਂਕੜੇ 'ਚ ਬਹਿ ਲੈਂਦੇ ਸੀ। ਹੁਣ ਵੀ ਸਾਡਾ ਚੌਂਕੜਾ ਬਹੁਤ ਹੈ। ਚਾਹੇ ਮੈਂ ਔਖਾ ਹੋਵਾਂ, ਮੇਰੇ ਗੋਡੇ ਦੁਖਦੇ ਹੋਣ, ਲੱਕ ਦੁਖਣ ਲੱਗ ਜੇ, ਮੈਂ 7-8 ਘੰਟੇ ਤਾਂ ਹੁਣ ਵੀ ਮੈਂ ਬਹਿ ਸਕਦਾ ਹਾਂ। ਅਤੇ ਅੱਜ ਕੱਲ੍ਹ ਦੇ ਜਿਹੜੇ ਨਵੇਂ ਜਿਹੇ ਜੰਮੇ ਇਹਨਾਂ ਨੂੰ ਬਿਠਾ ਕੇ ਦਿਖਾਓ ਤਾਂ 15 ਕੁ ਸਾਲ ਦਾ 16, ਗੋਡੇ ਦੁਖਦੇ ਆ, ਨੀਂਦ ਆਉਂਦੀ, ਬਾਸੀਆਂ ਆਉਣ ਲੱਗ ਗਈਆਂ। ਕਿਉਂ? ਆਦਤ ਨਹੀਂ ਪਾਈ ਹੈ ਇਹਨਾਂ ਨੂੰ ਕਿਸੇ ਨੇ। ਕਿਉਂਕਿ ਮਾਤਾ ਪਿਤਾ ਆਪ ਵੀ TV ਦੇਖਦੇ ਆ, ਫਿਰ ਨਿਆਣੇ ਨੂੰ ਵੀ ਨਾਲ ਬਿਠਾ ਲੈਂਦੇ ਆ। ਜਿਹੜੀ ਸਿੱਖੀ ਸੀ ਉਹ ਹੁਣ ਜਿਵੇਂ ਕਹਿੰਦੇ ਸੀ ਸਿਆਣੇ ਵੀ, ਸਾਡੇ ਵੇਲੇ 1960-70 'ਚ ਸੁਣਦੇ ਹੁੰਦੇ ਸੀ। ਉਦੋਂ ਪਹਿਲਾਂ ਵਾਲੇ ਬਜ਼ੁਰਗਾਂ ਤੋਂ ਮੈਂ ਸੁਣਦਾ ਸੀ, ਸਾਡੇ ਦਾਦਾ ਜੀ ਕਹਿੰਦੇ ਹੁੰਦੇ ਸੀ, ਕਹਿੰਦੇ ਕੋਈ ਟਾਈਮ ਆਊਗਾ 12 ਕੋਹ ਤੇ ਦੀਵਾ ਜਗੂਗਾ। ਮੈਂ ਸੋਚਿਆ ਖਾਨੀ ਵੀ ਸਾਰੀ ਦੁਨੀਆ ਮਰ ਜੂਗੀ ਤਾਂ ਜਗੂਗਾ, ਨਹੀਂ ਇਹ ਤਾਂ ਮਰੇ ਹੀ ਹੋਏ ਆ। ਹੁਣ 12 ਕੋਹ ਤੇ ਬੰਦਗੀ ਵਾਲਾ ਮਿਲ ਜੇ ਤਾਂ ਬਹੁਤ ਵੱਡੀ ਗੱਲ ਹੈ। ਇਹ ਦੀਵਾ ਹੈ। 1 ਕੋਹ 2.5 ਮੀਲ ਦਾ ਤੇ 2.5 ਮੀਲ 4 ਕਿਲੋਮੀਟਰ ਦਾ, 12 ਚੌਕ 48। ਇੱਕ ਕੋਈ ਪਾਠ ਕਰਨ ਵਾਲਾ ਨਿਤਨੇਮੀ ਪ੍ਰੇਮੀ 12 ਚੌਕ 48 ਕਿਲੋਮੀਟਰ ਤੇ ਬੈਠਾ ਮਸਾਂ ਹੀ। ਬੰਦਗੀ ਵਾਲਾ ਕੋਈ ਬੰਦਾ ਮਿਲਦਾ ਹੀ ਨਹੀਂ ਹੈ। ਬੰਦਗੀ ਨੂੰ ਮਨ ਵੀ ਨਹੀਂ ਕਰਦਾ। ਕਿਉਂ? ਉਹ ਕਿਉਂ ਨਹੀਂ ਕਰਦਾ? ਕਿਉਂਕਿ ਸਾਡੀ ਕਮਾਈ ਖਰਾਬ ਹੋ ਗਈ, ਸਾਡੇ ਖਾਣੇ ਸੁੱਧ ਨਹੀਂ ਹੈ, ਸਾਡੇ ਪੀਣੇ ਸੁੱਧ ਨਹੀਂ ਹੈ, ਸਾਡੀ ਬੋਲਣੀ ਸੁੱਧ ਨਹੀਂ ਹੈ। ਨਥਮਰਪੁਰ ਵਾਲੇ ਬਾਬਾ ਜੀ, ਉਹ ਵੀ ਬਾਬਾ ਅਜੀਤ ਸਿੰਘ ਜੀ ਹੋਏ ਨੇ। ਖਿਆਲ ਮੇਰਾ ਵੀ ਸ਼ਾਇਦ ਕੱਲ੍ਹ ਨੂੰ ਬਰਸੀ ਉਹਨਾਂ ਦੀ। ਤਾਂ ਉਹ ਬਹੁਤ ਉੱਚ ਹਸਤੀ ਮਹਾਂਪੁਰਖ ਹੋਏ ਨੇ। ਉਹਨਾਂ ਮਹਾਂਪੁਰਖਾਂ ਨੇ ਹਮੇਸ਼ਾ ਕਹਿਣਾ, ਜਿਹੜਾ ਵੀ ਮਿਲਣ ਜਾਣਾ, ਬਾਬਾ ਜੀ ਸਾਡਾ ਕੰਮ ਬਣ ਜੇ, ਕਿਰਪਾ ਕਰ ਦਿਓ। 3 ਗੱਲਾਂ ਕਹਿੰਦੇ ਹੁੰਦੇ ਸੀ, ਭਾਈ ਸਾਬਣ ਨਾ ਬਾਹਲਾ ਪਿੰਡੇ ਨੂੰ ਲਾਇਆ ਕਰੋ, ਇਹ ਚੰਗੀ ਚੀਜ਼ ਨਹੀਂ ਹੈ। ਇੱਕ ਗਰਮ ਮਸਾਲੇ ਬਾਹਲੇ ਨਾ ਖਾਓ ਸਾਊ। ਚਾਹ ਨਾ ਪੀਓ ਭਾਈ, ਲਸਣ ਨਾ ਬਾਹਲਾ ਖਾਇਆ ਕਰੋ, ਇਹ ਬੇਕਾਰੀ ਚੀਜ਼ਾਂ ਨੇ ਭਾਈ। ਤਾਂ ਉਹਨਾਂ ਦੇ ਨਾਲ ਦੇ ਸੰਗੀ ਸਾਰੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਦੇ ਸੀ। ਰਾੜੇ ਵਾਲੇ ਮਹਾਂਪੁਰਸ਼ ਕੁਰਸੀ ਲਾਉਂਦੇ ਸੀ, ਬਹਿੰਦੇ ਹੁੰਦੇ ਸੀ। ਹੁਣ ਮੈਂ ਤਾਂ ਕੁਰਸੀ ਵੇਲੇ ਕੋਲ ਨਹੀਂ ਸੀ ਹੁੰਦਾ, ਦਰਸ਼ਨ ਤਾਂ ਮੈਂ ਕੀਤੇ ਆ ਕਾਫੀ। ਪਰ ਜਿਹੜਾ ਬੰਦਾ ਸਰਾਣੇ ਖੜਦਾ ਸੀ ਉਹਨਾਂ ਦੇ, ਉਹ ਕਹਿੰਦਾ ਸੀ ਸਾਨੂੰ ਇਹ ਫਾਇਦਾ ਹੋ ਜਾਂਦਾ ਸੀ ਵੀ ਉਹ ਛਤਰੀ ਹੁੰਦੀ ਸੀ ਉਹਨਾਂ ਦੇ ਉੱਤੇ ਲੱਗੀ। ਕਹਿੰਦਾ ਉਹ ਜਾਣ ਕੇ ਛਤਰੀ ਜੀ ਫੜ ਕੇ ਖੜੇ ਰਹਿਣਾ, ਨਾਲ ਗੱਲਾਂ ਬਾਤਾਂ ਸੁਣੀ ਜਾਣੀਆਂ ਕਿ ਕਿਹਨੂੰ ਕੀ ਦੱਸਦੇ ਨੇ। ਇੱਕ ਬੰਦਾ ਆਇਆ, ਕਹਿੰਦਾ ਮਹਾਰਾਜ ਜੀ ਵੀ ਸਰੀਰ ਬਹੁਤ ਢਿੱਲਾ, ਮੇਰੇ ਫੇਫੜੇ ਖਰਾਬ ਹੈ। ਸੰਤ ਕਹਿੰਦੇ ਚਾਹ ਛੱਡ ਦੇ। ਕਹਿੰਦੇ ਦੇਖ ਮੇਰੀ ਉਮਰ 60 ਸਾਲ ਹੋ ਗਈ ਹੈ। ਕਹਿੰਦੇ ਹੁਣ ਵੀ ਮੈਂ ਲੱਸੀ ਪੀ ਕੇ ਆਇਆ 1 ਵੱਡਾ ਗਲਾਸ, ਚਾਹ ਨਹੀਂ ਮੈਂ ਪੀਂਦਾ। ਕਹਿੰਦੇ ਜੇ ਹੁਣ 60 ਸਾਲ ਤੋਂ ਬਾਅਦ ਮਾੜੀ ਜੀ ਜੇ ਸ਼ੁਰੂ ਵੀ ਕੀਤੀ ਹੈ ਤਾਂ ਮਾੜੀ ਜੀ ਪੱਤੀ ਹੁੰਦੀ। ਉਹ ਜਿਹੜੇ 2 ਜਣੇ ਚਾਹ ਬਣਾਉਂਦੇ ਸੀ, ਪੱਕੀ ਡਿਊਟੀ ਸੀ, ਭਾਈ ਅਮਰੀਕ ਸਿੰਘ ਜੀ ਕੀਰਤਨੀ ਹੈ, ਬਾਬਾ ਭੁਪਿੰਦਰ ਸਿੰਘ ਜੀ ਜਰਗ ਵਾਲੇ, ਇਹ ਦੋਨੋਂ ਪੱਕੀ ਚਾਹ ਦੀ ਡਿਊਟੀ ਸੀ ਇਹਨਾਂ ਦੀ। ਉਹ ਦੱਸਦੇ ਹੁੰਦੇ ਮੈਨੂੰ, ਮੈਂ ਵੀ ਗੜਬਈ ਰਿਹਾ ਸਾਰੇ ਸੰਤਾਂ ਦਾ। ਕਹਿੰਦੇ ਓਨੀ ਚਾਹ ਬਣਾਉਣੀ, ਓਨੇ ਹੀ ਟਾਈਮ 'ਤੇ ਬਣਾਉਣੀ, ਅਤੇ ਓਨੀ ਹੀ ਫੈਂਟ ਕੇ ਓਨੀ ਹੀ ਗਰਮ ਰੱਖਣੀ ਹੈ ਵੀ ਜੇ ਉੱਤੇ ਥੱਲੇ ਨਹੀਂ ਹੋਣੀ ਚਾਹੀਦੀ। ਜੇ ਠੰਡੀ ਦੇਤੀ ਸੰਤਾਂ ਨੇ ਘੁੱਟ ਭਰ ਕੇ ਕਹਿਣਾ ਆਹ ਕੀ ਹੈ, ਉੱਥੇ ਹੀ ਡਰ ਜਾਣਾ ਵੀ ਲੈ ਵੀ ਗਲਤੀ ਹੋ ਗਈ। ਜੇ ਮਾੜੀ ਜੀ ਵੱਧ ਗਰਮ ਹੋ ਗਈ ਸੰਤਾਂ ਨੇ ਕਹਿਣਾ ਇਹ ਮੂੰਹ ਸਾੜਨਾ। ਕਹਿੰਦੇ ਅਸੀਂ ਪੂਰੇ ਟਾਈਮ 'ਤੇ ਉਹ ਚਾਹ ਮੰਗਦੇ ਨਹੀਂ ਸੀ ਹੁੰਦੇ, ਉਹ ਕਹਿੰਦੇ ਹੁੰਦੇ ਸੀ ਬਸ ਮਤਲਬ ਕਿ ਚਾਹ ਲਿਆਓ।
खंगूरे जी काम चलाते सारे हो। क्यों मैं संगत कीती करके बहुत संतां दी संगत कीती हुई मेरी, जे मैं बाबा आनंद सिंह दी संगत नहीं कीती तो मेरे बजुर्गों ने कीती आ। मेरे पिता जी हुणी, ताया जी हुणी, मेरे भूआ मेरियां दोवें भूआ सीगियां, दादा जी दे मामा जी रागी सरमन सिंह हुणी सूरमे, वो उन्हां दे नाल रहे ने। यानी खासे पासों काफ़ी रस्ते निकलते हैं। ये कुदरती गल है। जिवें ऐ कह लो भी बंबे एक बार मैं गया, एक चौंक सी, कहना ज्ञानी जी ये चौंक दे 12 रस्ते लगते हैं, इनू 12 राह ने इनू। हुण बाबा आनंद सिंह तो साडे दादकियां दे कोल चली। बड़े लोगों ने मखौल किए मैनू भी ऐ मिट्टी तो किते न्याणे हुंदे ने। फिर जवाब देने वाले ने घड़ घड़ के जवाब बाणी चों दिते। माटी ते जिन कीता रतन, माटी को पुत्रा कैसे नचत है। ना होना शरीर मिट्टी का ही आ, जब पतालपुरी पाउण जाना उदों किहड़ा सोना पा के आउणा उत्थे। संस्कार तो बाद तो बोरी जी भर के लै जांदे ने, मिट्टी हुई आ। जब बाबा जी ने मिट्टी दीयां गोलियां दे के न्याणे फिर हो गए। वो कुदरती है कि मैनू साडे अपने बच्चे कहते भी आपां अपना सजरा तो तैयार किया ही नहीं, भी अपने बड़े कौन सी, कित्थों आए सी, किवें सी, वो सारा तो तैयार करो, पता तो लगे आपां कौन है। तो इस करके वो सारा कुछ कढ़िया, कित्थों 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 की चलिया, कौन कित्थों दा रहन वाला सी। ये कुदरती गल है। नानके भी संतां दे संगी, दादके भी संतां दे संगी, कुदरत वालों ही आ। तो इस करके उन्हां दी देन जिहड़ी आ, उन्हां दी जिहड़ी बंदगी आ, उन्हां दी भगती आ, उसे उन्हां दी सेवा करके ही कोई ना कोई महाराज जी वो परिवार दे विच कोई जी भेजदे ने। इस करके जिहड़े महापुरख ने उन्हां ने कोल चलाई, जिन्हां दे बचनां दा मेरा जन्म होया, वो भी महापुरख ही ने कई बार दस्सिया। वो फक्कर फकीर महापुरख लक नाल बोरीओ बांधे हुंदे सी। सो इस तरह करके जिहड़े ये सारे साधु संत महात्मा की संगत है, ज्यों जन्म लिया त्यों ही दी संगत हुई भी है। ये बहुत वड्डी किस्मत समझ लो भी जदों दा जन्म लिया, जन्म तो पहले ही कहता सी लै हुण 5 भैणां सी माता हुणी। संत कहते बाबा उत्तर देव जी, बाबा हरनाम सिंह सी वैसे तो नाम उन्हां दा, पर वो उत्तर बहुत छेती दिंदे हुंदे सी किसी भी गल दा। उत्तर देव जी कहण लग पे, उन्हां दी हिस्टरी भी सारी कढ़ी ऐतकी मैं भी उन्हां नूं रब्बी क्यों कहंदे सी, रब्बी जोत। मैं कहा कहंदे उईं कहंदे ने। कहंदे 1903 विच प्लेग दी बीमारी पै गई सी, माँ चढ़ाई कर गई, सारा टब्बर चढ़ाई कर गया। 7 दिन माता का दुध पींदे रहे, मरी तो भी। ये हुंदे कौतक। फिर लभदे लभदे पिंड दे विच एक बजुर्ग माता सी, मुसलमानी दाई सी। वो कहते लभदे फिरदे जिउंदा कोई हैगा, तो वो देखिया भी न्याणा निका जां जिउंदा, वो चक लिया उन्हें। कहंदी ये तो रब्बीओं ही बच गया। वो सारे पिंड कहते तो रब्बीओं ही बच गया, वो नौ ही रब्बी पै गया। उन्हां दा कोई है नहीं सी, बंदगी उन्हां दी बहुत ज़्यादा। मैं तो उन्हां नूं नमस्कार ही करदा भी जे कूणियां दे भार, लक नूं बोरी, गोडे कल्ले ते कूणियां थल्ले ला के ऐ लम्मे पै के ना पता नहीं किन्ने किन्ने घंटे बंदगी भी जुड़े रहना। तपस्या भी नाल सी ते बंदगी भी नाल सी, 2 काम बड़े औखे आ। इस करके उन्होंने कहा भाई गरीबां नूं कोई देसी घिओ नहीं दिंदा,
ਗਰੀਬਾਂ ਨੂੰ ਕੋਈ ਲੱਡੂ ਜਲੇਬੀਆਂ ਮਾਲ ਪੂੜੇ ਨਹੀਂ ਖਵਾਉਂਦਾ, ਵਿਚਾਰੇ ਸੁੱਕੀ ਰੋਟੀ ਖਾਂਦੇ ਆ। ਆਪਾਂ ਭਾਈ ਦੁਨੀਆ ਦੇ ਵਿੱਚ ਵੱਡੇ ਲੰਗਰ ਲਾਓ, ਜਿਵੇਂ ਜੱਗ ਲਾ ਦਿਓ ਬਸ। ਉਹਨਾਂ ਨੇ ਫਿਰ ਜੱਗ ਲਾ ਤੇ 3 ਮਹੀਨੇ 6 ਮਹੀਨੇ ਤੱਕ ਜੱਗ ਚੱਲਦੇ ਸੀ। ਉਹ ਬੜੇ ਕੌਤਕੀ ਮਹਾਂਪੁਰਖ ਹੋਏ ਨੇ। ਜੇ ਅੱਜ ਦੇ ਸਮੇਂ ਵਿੱਚ ਲੋਕਾਂ ਨੂੰ ਉਹਨਾਂ ਦੇ ਕੌਤਕ ਦੱਸੀਏ, ਮੇਰੇ ਤਾਏ ਦਾ ਲੜਕਾ ਹੁਣ ਵੀ ਇਹ ਨਰਵਾਣੇ ਸ਼ਹਿਰ 'ਚ ਹਰਿਆਣੇ 'ਚ, ਉਹਨੇ ਮੈਨੂੰ ਮਹੀਨਾ ਕੁ ਪਹਿਲਾਂ ਹੀ ਫੋਨ 'ਤੇ ਗੱਲ ਦੱਸੀ। ਕਹਿੰਦਾ ਮੈਂ ਤਾਂ ਸਰੀਰ ਛੱਡ ਗਿਆ ਸੀ। ਮੈਂ ਕਿਹਾ ਕਿਵੇਂ? ਕਹਿੰਦਾ ਮੇਰੇ ਦਾ ਟੀਕਾ ਲਾਇਆ ਡਾਕਟਰ ਨੇ ਪੈਨਸਲੀਨ ਦਾ, ਮੇਰੇ ਫੁੰਸੀਆਂ ਜਿਹੀਆਂ ਹੋ ਗਈਆਂ। ਤੇ ਕਹਿੰਦਾ ਥੋੜ੍ਹੇ ਚਿਰ ਦੀ ਗੱਲ ਹੀ ਆ। ਕਹਿੰਦਾ ਮੈਨੂੰ ਟੈਸਟ ਕੀਤਾ ਤਾਂ ਉਹ ਠੀਕ ਸੀਗਾ, ਜਦ ਸਾਰਾ ਟੀਕਾ ਲਾਇਆ ਮੈਂ ਤਾਂ ਅੱਖਾਂ ਮੂਹਰੇ ਹਨੇਰਾ ਮੇਰਾ ਡਿੱਗ ਪਿਆ। ਕਹਿੰਦਾ ਮੇਰੀ ਆਤਮਾ ਨਿਕਲ ਗਈ। ਕਹਿੰਦਾ ਮੈਂ ਤਾਂ ਉੱਥੇ ਹੀ ਸੰਤਾਂ ਦੇ ਸਥਾਨ 'ਤੇ ਮੇਰੀ ਆਤਮਾ ਪਹੁੰਚ ਗਈ, ਅੱਗੋਂ 3 ਸੰਤ ਬੈਠੇ। ਕਹਿੰਦੇ ਉਹ ਤੂੰ ਕਿੱਧਰ ਆਉਣਾ, ਤੂੰ ਤਾਂ ਹਾਲੇ ਹੋਰ ਰਹਿਣਾ। ਕਹਿੰਦੇ ਆ ਪਰਚੀ ਜੀ ਲਈ ਬੈਠੇ ਸੀ, ਇੱਕ ਕਹਿੰਦੇ ਆ ਪਾੜ 'ਤੇ ਲੈ ਜਾ, ਉੱਥੇ ਮੁੜ ਜਾ ਵਾਪਸ। ਕਹਿੰਦੇ ਮੈਂ ਮੁੜ ਕੇ ਸਰੀਰ 'ਚ ਆ ਗਿਆ। ਫਿਰ ਕਹਿੰਦਾ ਡਾਕਟਰ ਦੇ ਟੀਕੇ ਤੇ ਟੀਕਾ ਹੱਥਾਂ ਪੈਰਾਂ ਦੀ ਪਈ ਉਹਨੂੰ। ਮੈਂ ਕਿਹਾ ਊਂ ਨਾ ਕਿਸੇ ਨੂੰ ਸੁਣਾ ਦੀ, ਤੇਰੇ ਮੰਗਰ ਪੈ ਜਾਣਗੇ ਲੋਕ ਵੀ ਅੱਜ ਕੱਲ੍ਹ ਵੀ ਇਹੋ ਜਿਹਾ ਕੁਛ ਹੁੰਦਾ ਹੈ। ਵੀ 21ਵੀਂ ਸਦੀ ਚੱਲਦੀ ਹੈ, ਪਤਾ ਨਹੀਂ 21ਵੀਂ ਸਦੀ ਨੂੰ ਕੀ ਕਰੰਟ ਲੱਗਿਆ ਹੋਇਆ। 21ਵੀਂ ਤੁਹਾਡੇ ਸਾਹਮਣੇ ਹੀ ਹੈ, ਇਹਦਾ ਦੇਖਿਓ ਕੀ ਬਣਦਾ 21ਵੀਂ ਦਾ। ਬਾਹਲਾ ਵੀ ਕਾਹਨੂੰ ਡਰਾਉਣਾ ਤੁਹਾਨੂੰ, ਐਵੇਂ ਫਿਰ ਕਹੋਗੇ ਡਰਾਈ ਜਾਂਦਾ। ਆ ਪਾਣੀ ਪੂਣੀ ਦੇਖੋ ਕਿੰਨਾ ਕਾਇਆ ਹੋਇਆ, ਇਹ ਤਾਂ ਜਮਾਂ ਹੀ 21ਵੀਂ ਦਾ, ਹੋਰ ਹੀ ਕੁਛ ਹੋਣਾ। ਤਾਂ ਹਟਦੇ ਨਹੀਂ ਤੁਸੀਂ, ਆਪੇ ਹੀ ਸਦੀਆਂ ਬੁਲਾਉਂਦੇ ਹੋ। ਉਹਦਾ ਮਹਾਂਪੁਰਖਾਂ ਨੇ ਏਡੇ ਏਡੇ ਲੰਗਰ ਲਾਏ, ਬਹੁਤ ਵੱਡੇ ਵੱਡੇ ਲੰਗਰ ਲਾਏ। ਕਹਿੰਦੇ ਭਾਈ ਗਰੀਬਾਂ ਨੂੰ ਕੱਪੜਾ ਵੀ ਵੰਡ ਦਈਏ? ਕਹਿੰਦੇ ਹਾਂ ਜੀ। ਭਾਈ ਗਰੀਬਾਂ ਨੂੰ ਜੋੜੇ ਵੀ ਵੰਡ ਦਈਏ? ਹਾਂ ਜੀ। ਬਾਹਲੀ ਗਰੀਬੀ ਸੀ ਮਾਲ ਵਿੱਚ। ਹੁਣ ਵੀ ਮੈਂ ਕਹਿਣਾ ਹੁੰਦਾ ਦੁਆਬੇ 'ਚ ਹਲੇ ਦੁਆਬਾ ਅਤੇ ਮਾਝਾ, ਦੁਆਬੇ 'ਚ ਬੈਂਕ ਵਾਲੇ ਕਿਸਾਨਾਂ ਨੂੰ ਕਹਿੰਦੇ ਕਰਜ਼ਾ ਲੈ ਲਓ। ਉਹ ਕਹਿੰਦੇ ਤੁਸੀਂ ਸਾਤੋਂ ਲੈ ਲਓ, ਕਿਉਂਕਿ ਦੁਆਬੇ ਤਾਂ ਸਾਰੇ ਬਾਹਰ ਬੈਠੇ ਆ, ਪੈਸਾ ਹੀ ਬਹੁਤ ਹੈ ਇਹਨਾਂ ਕੋਲੇ। ਉਹ ਕਹਿੰਦੇ ਬੈਂਕ ਵਾਲੇ ਨੂੰ ਕਹਿੰਦੇ ਸਾਤੋਂ ਲੈ ਲਓ ਜਿਹੜਾ ਕਰਜ਼ਾ ਲੈਣਾ, ਸਾਡੇ ਕੋਲ ਪੈਸਾ ਬਹੁਤ ਆ। ਮਾਝੇ ਵਾਲੇ ਵੀ ਠੀਕ ਆ, ਮਾਲਵਾ ਅੱਧਾ ਕੁ ਠੀਕ ਆ। ਮਾਲਵਾ ਦਫਾੜ ਕਿਹਾ ਨਾ, ਪਰ ਉਹ ਪਰਲੇ ਪਾਸੇ ਜਾਓ, ਸੰਗਰੂਰ, ਮਾਨਸਾ, ਬਠਿੰਡਾ, ਭੀਖੀ, ਚੀਮਾ, ਅਸੀਂ ਉੱਧਰ 3000 ਪਰਿਵਾਰ ਲੱਭਿਆ ਜਿਹਦੇ ਇੱਕ ਘਰ 'ਚ ਇੱਕ ਮਾਈ ਬੈਠੀ ਆ, ਉਹ ਵੀ ਅੰਨੀ, ਜਾਂ ਇੱਕ ਬਜ਼ੁਰਗ ਬੈਠਾ। ਕਿਸੇ ਘਰ ਵਿੱਚ 2 ਜੀ ਬੈਠੇ ਨੇ, ਕਿਸੇ 'ਚ ਸੰਗਲ ਪਾਏ ਹੋਏ ਨੇ। ਉਹਨਾਂ ਨੂੰ ਰਾਸ਼ਨ ਦੇਣਾ ਸ਼ੁਰੂ ਕੀਤਾ, ਬਸਤਰ ਦੇਣੇ ਸ਼ੁਰੂ ਕੀਤੇ। ਉਸ ਵਕਤ ਸਾਧ ਸੰਗਤ ਮਹਾਂਪੁਰਖਾਂ ਨੇ ਵੀ ਕਿਹਾ ਭਾਈ ਸਾਰੀਆਂ ਬੀਬੀਆਂ ਮਸ਼ੀਨਾਂ ਚੱਕ ਲਿਆਓ ਆਪਣੀਆਂ, ਕੱਪੜਾ ਲਿਆ। ਤਾਂ ਮਾਤਾ ਹੁਣੀਆਂ 5 ਭੈਣਾਂ ਸੀ, ਇਹਨਾਂ ਨੇ ਦਿਨ ਰਾਤ ਇੱਕ ਕਰਕੇ ਬਹੁਤ ਬਸਤਰ ਸਿਉਂਤੇ, ਬੜੇ ਬਸਤਰ ਸਿਉਂਤੇ। ਟਰਾਲੀ 'ਚ ਭਰਦੇ, ਪਿੰਡਾਂ 'ਚ ਲੈ ਕੇ ਜਾਂਦੇ, ਸਰਪੰਚ ਨੂੰ ਪੁੱਛਦੇ ਵੀ ਕੌਣ ਗਰੀਬ ਆ ਉਰੇ। ਮਹਾਂਪੁਰਖਾਂ ਨੇ ਕਿਹਾ ਅਸੀਂ ਗਰੀਬ ਦੇ ਪਹਿਲਾਂ ਜਾ ਕੇ ਪੈਰੀਂ ਹੱਥ ਲਾਉਣਾ, ਫਿਰ ਜੋੜਾ ਪਵਾਇਓ, ਕੁੜਤਾ ਪਜਾਮਾ ਪਵਾਇਓ, ਹੱਥ ਜੋੜ ਕੇ ਨਾਲ ਭਾਈ ਬਣਦਾ ਸਰਦਾ ਜੋ ਵੀ ਦੇ ਦਿਓ। ਐਂ ਕਰਦੇ ਸੀ ਗਰੀਬਾਂ ਦੀ ਮਦਦ। ਉਹਨਾਂ ਨੇ ਆਪਣੇ ਸਥਾਨ ਤੋਂ ਲੈ ਕੇ 100 ਕਿਲੋਮੀਟਰ ਦੇ ਏਰੀਏ ਤੱਕ ਕੱਪੜਾ ਵੰਡਿਆ। ਨਾਲ ਇਹ ਵੀ ਬਚਨ ਕਰਤਾ ਵੀ 100 ਕਿਲੋਮੀਟਰ ਤੱਕ ਦੁਨੀਆ 'ਤੇ ਜਿੰਨੀ ਮਰਜ਼ੀ ਅੱਗ ਲੱਗ ਜੇ, ਇਹ 100 ਕਿਲੋਮੀਟਰ ਨਹੀਂ ਕੁਛ ਹੁੰਦਾ, ਇਹ ਬਚਿਆ ਰਹੂਗਾ ਸਭ ਕੁਛ। ਉਹ ਇਹ ਬਾਹਰ ਹੁੰਦੇ ਨੇ। ਜਦੋਂ ਮਾਤਾ ਹੁਣਾਂ ਨੇ ਬਸਤਰ ਸਿਉਂ ਕੇ ਸਾਰੀ ਖੁਸ਼ੀਆਂ ਲੈ ਲਈਆਂ, ਕਹਿ ਲੈ ਭਾਈ ਹੁਣ ਭੁਜੰਗੀ ਆਊਗਾ ਤੇਰੇ, 3 ਪੀੜ੍ਹੀਆਂ ਨਾਂ ਰੋਸ਼ਨ ਕਰੂਗਾ। ਜਾਂ ਪਹਿਲਾਂ ਹੀ ਬਚਨ ਹੋ ਗਏ, ਹੋਰ ਵੀ ਕਈ ਕਰਤੇ ਸੀ ਬਚਨ ਪਹਿਲਾਂ ਹੀ। ਜਨਮ ਹੋਇਆ ਤਾਂ ਮਾਤਾ ਰੋਈ ਜਾਇਆ ਕਰੇ ਵੀ ਪਿਤਾ ਜੀ ਖਿਡਾਰੀ ਸੀ, ਉਹ ਬਾਹਰ ਹੀ ਰਹਿੰਦੇ ਸੀ ਜ਼ਿਆਦਾ, ਵੀ ਇਹ ਰੋਟੀ ਕਿਵੇਂ ਚੱਲੂ, ਨਿਆਣਾ ਤਾਂ ਹੋ ਗਿਆ। ਫਿਰ ਸੰਤਾਂ ਨੇ ਸੁਨੇਹਾ ਭੇਜਿਆ ਮੇਰੇ ਨਾਨੇ ਕੋਲੇ, ਕਹਿੰਦੇ ਜਾ ਹਰਨਾਮ ਸਿੰਘ ਉਹਨੂੰ ਕਹਿ ਕੇ ਆ, ਕੁੜੀ ਨੂੰ ਉਹ ਰੋਂਦੀ ਰਹਿੰਦੀ ਰਾਤ ਨੂੰ,
ਵੀ ਇਹ ਮੁੰਡੇ ਦਾ ਤਾਂ ਘਰੇ ਲਿਖਿਆ ਹੀ ਨਹੀਂ ਹੈ ਖਾਣਾ ਦਾਣਾ, ਤੂੰ ਕਾਹਨੂੰ ਰੋਈ ਜਾਂਦੀ ਹੈ, ਇਹ ਤਾਂ ਖਾਊਗਾ ਹੀ ਬਾਹਰ। ਮੈਂ ਤਾਂ ਆਪਦੇ ਘਰੇ ਰੋਟੀ ਖਾਧੀ ਵੀ ਨਹੀਂ ਕਦੇ, ਬਹੁਤ ਘੱਟ ਰੋਟੀ ਖਾਧੀ ਮੈਂ ਆਪਦੇ ਘਰੇ। ਮੇਰਾ ਤਾਂ ਰਾਸ਼ ਨਹੀਂ ਪਤਾ ਨਹੀਂ, ਮੈਂ ਰੋਜ਼ ਰੱਬ ਨੂੰ ਕਹਿੰਦਾ ਅੱਜ ਕਿਹੜੀ ਸੜਕ ਦਿਖਾਉਣੀ ਹੈ ਨਵੀਂ, ਅੱਜ ਕਿਹੜਾ ਜਹਾਜ਼ ਚੜਾਉਣਾ ਹੈ, ਅੱਜ ਕਿਹੜੇ ਥਾਂ ਬਹਾ ਕੇ। ਰੱਬ ਜਾਣਦਾ ਵੀ ਕਿੰਨੀਆਂ ਫਲਾਈਟਾਂ ਤੇ ਕਿੰਨੇ ਵਰਲਡ ਦੇ ਵਿੱਚ ਦੇਸ਼ ਤੇ ਕਿੰਨੇ ਸ਼ਹਿਰ, ਕਿੰਨੀਆਂ ਪਹਾੜੀਆਂ ਏਰੀਆ ਵਿੱਚ ਜਾ ਕੇ ਇਹੋ ਜਿਹੇ ਥਾਂ ਕਥਾ ਕਰਵਾਤੀ ਮਹਾਰਾਜ ਨੇ। ਇਹ ਕਿੱਥੋਂ ਬਖਸ਼ਿਸ਼ ਹੋਈ ਹੈ? ਸਾਧੂਆਂ ਤੋਂ ਹੋਈ ਹੈ। ਉਧਰੋਂ ਬਾਬਾ ਆਨੰਦ ਸਿੰਘ ਦੀ ਕਿਰਪਾ ਹੋਈ, ਇੱਧਰੋਂ ਇਹਨਾਂ ਮਹਾਂਪੁਰਖਾਂ ਦੀ ਕਿਰਪਾ ਹੋਈ, ਫਿਰ ਜਿੰਨਿਆਂ ਦੀ ਸੰਗਤ ਹੋਈ, ਬਾਅਦ ਵਿੱਚ ਮੈਨੂੰ ਆਪ ਨੂੰ ਸੰਗਤ ਹੋਈ। ਫਿਰ ਸੰਤ ਕਰਤਾਰ ਸਿੰਘ ਜੀ ਖਾਲਸਾ ਨਾਲ ਮੈਂ ਪਟਿਆਲੇ 1974 'ਚ ਅੰਮ੍ਰਿਤ ਛਕ ਕੇ ਚਲਿਆ ਗਿਆ। ਫਿਰ ਸੰਤ ਜਰਨੈਲ ਸਿੰਘ ਜੀ ਖਾਲਸਾ ਨਾਲ ਸੰਗਤ ਕੀਤੀ, ਉਹਨਾਂ ਦੇ ਨਾਲ ਕਰਕੇ ਫਿਰ ਸਾਨੂੰ ਇੱਕ ਸਿਰਫ ਹੈੱਡਕੁਆਟਰ ਸੀ, ਉੱਥੇ ਕੁੱਲ ਟੋਟਲ ਸੰਤ ਆਉਂਦੇ ਸੀ, ਕੁੱਲ ਟੋਟਲ, ਕੀ ਰਾੜੇ ਵਾਲੇ ਕੀ ਕਲੇਰਾਂ ਵਾਲੇ, ਹਰੇਕ ਮਹਾਤਮਾ ਜੋੜ ਮੇਲੇ 'ਤੇ ਆਉਂਦਾ ਸੀ, ਸਾਰਿਆਂ ਨੂੰ ਮਿਲਦੇ ਸੀ। ਜਿੰਨੀ ਵੀ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਆਉਂਦੀਆਂ ਸੀ ਸਾਡੇ ਕੋਲੇ ਜੋੜ ਮੇਲੇ 'ਤੇ। ਬਹੁਤ ਬ੍ਰਹਮ ਗਿਆਨੀਆਂ ਦੇ ਦਰਸ਼ਨ ਕੀਤੇ ਉਦੋਂ, ਤੁਸੀਂ ਨਹੀਂ ਕੀਤੇ। ਬਾਬਾ ਬੇਸ਼ਨ ਸਿੰਘ ਜੀ, ਬਾਬੇ ਬਕਾਲੇ ਵਾਲੇ ਅਤ ਉੱਚ ਕੋਟੀ ਦੇ ਮਹਾਂਪੁਰਖ ਸੀ, ਉਹ ਮੜੀਆਂ ਵਾਲੇ ਮਹਾਂਪੁਰਖ ਸੀ ਵੱਡੇ। ਹੋਰ ਕਿਤਨੇ ਬਾਬਾ ਸੋਹਣ ਸਿੰਘ ਜੀ ਵਿਧੀ ਚੰਦੀਏ ਮਹਾਂਪੁਰਖ ਸੀਗੇ, ਬਾਬਾ ਦਇਆ ਸਿੰਘ ਜੀ ਸੰਗਤ ਕੀਤੀ, ਕਿੰਨੇ ਕਿੰਨੇ ਮਹਾਂਪੁਰਖ, ਬਾਬਾ ਸ਼ੀਸ਼ਾ ਸਿੰਘ ਜੀ, ਬਾਬਾ ਕਾਰ ਸੇਵਾ ਵਾਲੇ ਸਹਾਇ ਮਹਾਂਪੁਰਖ। ਕਿਉਂਕਿ ਹਰੇਕ ਜਾਣਾ ਮਹਿਤੇ ਜੋੜ ਮੇਲੇ ਜ਼ਰੂਰ ਆਉਂਦਾ ਸੀ। ਸੋ ਇਸ ਕਰਕੇ ਸਾਧ ਸੰਗਤ ਨਾਮ ਵੀ ਨਹੀਂ ਗਿਣੇ ਜਾ ਸਕਦੇ, ਇਹ ਕੁਦਰਤ ਵੱਲੋਂ ਹੈ। ਤੁਸੀਂ ਜੋ ਮੰਗਦੇ ਹੋ ਰੱਬ ਤੁਹਾਨੂੰ ਦਿੰਦਾ, ਪਰ ਤੁਸੀਂ ਕਦੇ ਮੰਗਿਆ ਨਹੀਂ ਹੈ ਕਿ ਮੈਨੂੰ ਸਾਧੂਆਂ ਦੀ ਸੰਗਤ ਦਿਓ, ਮੈਨੂੰ ਸਤਿਗੁਰਾਂ ਦੀ ਸੰਗਤ ਬਖਸ਼ੋ। ਹੁਣ ਵੀ ਕਈ ਆਉਂਦੇ ਨੇ ਮੇਰੇ ਕੋਲੇ, ਮੈਂ ਇੱਕੋ ਬੇਨਤੀ ਕਰਾਂ ਤੁਹਾਨੂੰ, ਕਈ ਕਹਿੰਦੇ ਕੋਈ ਪੂਰਨ ਬ੍ਰਹਮ ਗਿਆਨੀ ਦੱਸੋ। ਮੈਂ ਕਿਹਾ ਇਹ ਗੱਲ ਹੈ, ਬ੍ਰਹਮ ਗਿਆਨੀ ਤਾਂ ਮੈਂ ਦੱਸ ਦਿੰਦਾ, ਪਰ ਵਰਤਣਾ ਔਖਾ ਹੁੰਦਾ, ਵਰਤ ਨਹੀਂ ਸਕਦੇ, ਕਿਉਂਕਿ ਇਹਦੀ ਟ੍ਰੇਨਿੰਗ ਬਹੁਤ ਵੱਡੀ ਹੈ। ਬ੍ਰਹਮ ਗਿਆਨੀ ਨਾਲ ਮਿਲ ਕੇ ਰਹਿਣਾ, ਇਹਨਾਂ ਨਾਲ ਚੱਲਣਾ ਬਹੁਤ ਔਖਾ। ਰੱਬ ਵਰਗੇ ਮਹਾਂਪੁਰਖ ਜਿੰਨਿਆਂ ਦੀ ਸੰਗਤ ਕੀਤੀ ਆ, ਜਿਹੜੇ ਇਸ਼ਾਰੇ ਵਿੱਚ ਮਾਤਰ ਗੱਲ ਕਰਦੇ ਨੇ, ਇਸ਼ਾਰੇ ਨਾਲ ਹੀ, ਔਰ ਅੰਦਰੋਂ ਦੀ ਅੰਦਰ ਫੜ ਲੈਣੀ ਗੱਲ। ਮਹਾਂਪੁਰਖਾਂ ਨੇ ਇੱਕ ਵਾਰ ਇਹ ਜ਼ਿਕਰ ਕੀਤਾ ਸੀ ਕਿਸੇ ਸਿੰਘ ਕੋਲੇ, ਸੋ ਦਿਲ ਦੀ ਲਖੇ ਸੋ ਦੇਵਤਾ। ਸੋ ਇਸ ਤਰ੍ਹਾਂ ਇੱਕ ਉਹਨਾਂ ਨੇ ਇਹ ਪੜ੍ਹੀ ਸੀ ਚੀਜ਼, ਸੈਂਤ ਲਖੇ ਸੋ ਸਾਧ। ਸੋ ਇਹ ਜਿਹੜਾ ਤੀਸਰੀ ਜਿਹੜੀ ਚੀਜ਼ ਸੀ, ਉਹਦੇ ਵਿੱਚ ਤੀਸਰੀ ਚੀਜ਼ ਆਈ ਸੀ ਸੂਰਮੇ ਦੀ, ਵੀ ਸੂਰਮਾ ਜਿਹੜਾ ਹੈ ਉਹ ਕੀ ਚੀਜ਼ ਰੱਖਦਾ, ਜਾਣਦਾ। ਸੋ ਇਨ ਤਿੰਨੋਂ ਬਿਨਾ ਉਪਾਦ ਇਹ ਅੱਖਰ ਲਿਖਿਆ ਹੋਇਆ ਸੀ ਉੱਥੇ, ਦਿਲ ਦੀ ਬੁੱਝੇ ਸੋ ਦੇਵਤਾ, ਦਿਲ ਦੀ ਲੱਖ ਲੈਂਦਾ ਉਹ ਦੇਵਤਾ ਹੁੰਦਾ। ਸੈਂਤ ਬੁੱਝੇ ਸੋ ਸਾਧ, ਸੈਂਤ ਸੰਤਾਂ ਕੋਲ ਰਹਿ ਕੇ ਸੈਂਤ ਨੂੰ ਸਮਝਣਾ ਹੁੰਦਾ ਬਸ। ਬ੍ਰਹਮ ਗਿਆਨੀ ਦੀ ਇਹ ਨਿਸ਼ਾਨੀ, ਸੈਂਤ ਕੀ ਕਰਦੇ ਆ, ਉਹ ਜ਼ਿਆਦਾ ਬੋਲਦੇ ਨਹੀਂ ਹੁੰਦੇ। ਅਸੀਂ ਐਂ ਹੀ ਖੜੇ ਰਹਿੰਦੇ ਹੁੰਦੇ ਸੀ, ਬਸ ਦੇਖੀ ਜਾਣਾ ਉਹਨਾਂ ਵੱਲ, ਔਰ ਉਹਨਾਂ ਦੇ ਇੱਕ ਇੱਕ ਇਸ਼ਾਰੇ ਨੂੰ ਫੜ ਲੈਂਦੇ ਸੀ ਅਸੀਂ ਵੀ ਐਂ ਕੀਤਾ ਹੁਣ ਨੀਵੀਂ ਜੀ ਪਾ ਕੇ, ਮੈਂ ਕੰਮ ਖਰਾਬ ਹੀ ਆ। ਇੱਕ ਇੱਕ ਇਸ਼ਾਰੇ ਨੂੰ ਫੜਦੇ ਸੀ ਅਸੀਂ। ਜੇ ਕੋਈ ਗੱਲ ਹੋਣੀ ਅੰਤਰਜਾਮ, ਤਾਂ ਇਹਨਾਂ ਲੋਕਾਂ ਨੇ ਕਦਰ ਨਹੀਂ ਕੀਤੀ। ਅੰਤਰਜਾਮ ਤਾਂ ਸੰਤਾਂ ਨੂੰ ਬੜੀ ਪ੍ਰਚੰਡ ਸੀ। ਬਸ ਇਹ ਸਾਰੀਆਂ ਚੀਜ਼ਾਂ ਬਹਿ ਕੇ ਹੀ ਸਮਝਣ ਵਾਲੀਆਂ ਹੁੰਦੀਆਂ। ਬਾਬਾ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਹਾਂਪੁਰਖ ਵੀ ਐਂ ਸੀਗੇ, ਉਹ ਵੀ ਇਸ਼ਾਰਿਆਂ 'ਚ ਹੀ ਗੱਲ ਕਰ ਜਾਂਦੇ ਸੀ। ਉਹਦੇ 'ਚ ਇਸ ਅੰਦਰੋਂ ਫੜਨੀ ਹੁੰਦੀ ਗੱਲ,
ਜਿਵੇਂ ਫ੍ਰੀਕੁਐਂਸੀਆਂ ਰਲਦੀਆਂ ਆਪਸ ਵਿੱਚ। ਉਹ ਗੱਲ ਕਰਦਿਆਂ ਕਰਦਿਆਂ ਹੀ ਕਹਿ ਜਾਂਦੇ ਸੀ, ਹੈ ਭਾਈ ਠਾਕਰ ਸਿੰਘ ਉਹ, ਫਿਰ ਹਾਂ ਜੀ ਹਾਂ ਜੀ। ਫਿਰ ਬਾਅਦ 'ਚ ਲੋਕਾਂ ਨੇ ਪੁੱਛੀ ਜਾਣਾ, ਬਾਬਾ ਉਹ ਨਹੀਂ ਸਾਨੂੰ ਸਮਝ ਲੱਗਾ, ਉਹ ਜੀ ਹਾਂ ਜੀ ਹਾਂ ਜੀ ਕੀ ਹੋਇਆ? ਕਹਿੰਦੇ ਭਾਈ ਇਹ ਹਲੇ ਤੁਹਾਡੀ ਸਮਝ ਲੱਗਣੀ ਹੈ। ਮਹਾਤਮਾ ਦੇ ਇਸ਼ਾਰੇ ਜਿਹੜੇ ਹੁੰਦੇ ਨੇ, ਕੁਦਰਤ ਦੇ ਇਸ਼ਾਰੇ ਹੁੰਦੇ ਨੇ, ਸੰਤਾਂ ਦੇ, ਗੁਰੂ ਸਾਹਿਬ ਜੀ ਦੇ ਇਸ਼ਾਰੇ ਜਿਹੜੇ ਹੁੰਦੇ ਨੇ। ਗੁਰੂ ਸਾਹਿਬ ਜੀ ਨੇ ਇਸ਼ਾਰੇ ਕੀਤੇ ਸੀ, ਡੱਲਿਆ ਕਿੰਨੇ ਅੰਗੂਰ ਲੱਗੇ ਹੋਏ ਦੇਖ, ਉੱਥੇ ਡੇਲੇ ਲੱਗੇ ਹੋਏ ਸੀ ਮਾਲ ਵਿੱਚ। ਤੁਸੀਂ ਕਹਿੰਦੇ ਬ੍ਰਹਮ ਗਿਆਨੀ ਬਣਾ ਦਿਓ। ਇੱਕ ਬੰਦਾ ਕਹਿੰਦਾ ਉਹ ਸਤਿਗੁਰਾਂ ਦੇ ਦਰਸ਼ਨ ਕਰਨੇ ਕਲਗੀਧਰ ਮਹਾਰਾਜ ਦੇ। ਮੈਂ ਕਿਹਾ ਬ੍ਰਹਮ ਗਿਆਨੀ ਦੇ ਕੋਲ ਰਹਿਣਾ ਔਖਾ, ਸਤਿਗੁਰਾਂ ਦੇ ਕੋਲ ਤਾਂ ਰਹਿਣਾ ਹੀ ਬਹੁਤ ਔਖਾ। ਜਦੋਂ ਸ੍ਰੀ ਅਨੰਦਪੁਰ ਸਾਹਿਬ ਦਾ ਨਕਸ਼ਾ ਬਣਾ ਰਹੇ ਸੀ ਇੰਜੀਨੀਅਰ, 42 ਇੰਜੀਨੀਅਰ ਇਕੱਠੇ ਕੀਤੇ ਸੀ ਪੰਜਾਬ 'ਚੋਂ। ਅਨੰਦਪੁਰ ਸਾਹਿਬ ਦਾ ਨਕਸ਼ਾ ਨਹੀਂ ਸੀ ਸੈੱਟ ਆ ਰਿਹਾ ਕਿਸੇ ਤੋਂ। 10ਵੇਂ ਪਾਤਸ਼ਾਹ ਫਿਰ ਆਪ ਇੰਜੀਨੀਅਰ ਬਣ ਕੇ ਵਿੱਚ ਆ ਕੇ ਬਹਿ ਗਏ ਸੀ। ਹੇਮਕੁੰਡ ਸਾਹਿਬ ਵਾਲਾ ਨਕਸ਼ਾ ਵੀ 10ਵੇਂ ਪਾਤਸ਼ਾਹ ਨੇ ਆਪ ਹੀ ਬਣਾਇਆ। ਹੌਲਦਾਰ ਬਾਬਾ ਮੋਦਨ ਸਿੰਘ ਜੀ ਨੂੰ ਆਪ ਦੱਸਿਆ ਸੀ ਆ ਕੇ। ਕਲਗੀਧਰ ਮਹਾਰਾਜ ਜਦ ਸ੍ਰੀ ਅਨੰਦਪੁਰ ਸਾਹਿਬ ਦਾ ਨਕਸ਼ਾ ਬਣਾ ਕੇ ਕਹਿੰਦੇ ਵੀ, ਸਾਰਿਆਂ ਨੇ ਯੈਸ ਕਰਤੀ, ਕਹਿੰਦੇ ਹਾਂ ਇਹ ਆਹ ਬਹੁਤ ਸੋਹਣਾ ਬਣਿਆ। ਇੱਕ ਬੰਦਾ ਸੀ ਵਿੱਚ ਜਿਹਦੀ ਅੱਖ ਖੁੱਲੀ ਸੀ, ਉਹ ਜਦ ਉਹਨੇ ਐਂ ਕੀਤਾ ਵੀ ਤਾਂ ਮਹਾਰਾਜ ਆਪ ਬੈਠੇ ਨੇ, ਮਹਾਰਾਜ ਨੇ ਐਂ ਕਰਤਾ। ਕਹਿੰਦੇ ਬਾਹਰ ਗੱਲ ਕਰਦੇ ਆ। ਬਾਹਰ ਆ ਗਿਆ, ਕਹਿੰਦਾ ਮੈਂ ਆਪਦੇ ਭਰਾ ਨੂੰ ਜਦੇ ਦੱਸਤਾ ਵੀ ਮਹਾਰਾਜ ਜੀ ਆਏ ਹੋਏ ਨੇ। ਕਹਿੰਦਾ ਮੇਰਾ ਭਰਾ ਕਹਿੰਦਾ ਮੈਨੂੰ ਇੱਕ ਵਾਰ ਦਰਸ਼ਨ ਕਰਾ ਦੇ, ਗਲ ਵੱਢ ਕੇ 10ਵੇਂ ਪਾਸੇ ਚਰਨਾਂ 'ਚ ਰੱਖ ਦੂੰਗਾ। ਉਹ ਉਧਰੋਂ ਦੇਖੋ ਜਵਾਬ ਕੀ ਆਇਆ। ਉਹ ਕਹਿੰਦਾ ਮਹਾਰਾਜ ਮੇਰਾ ਭਰਾ ਐਂ ਕਹਿੰਦਾ, ਇਹ ਤੁਸੀਂ ਕਹਿੰਦਾ ਗੁਰੂ ਨੂੰ ਮਿਲਣਾ, ਅਸੀਂ ਸੰਤਾਂ ਨੂੰ ਮਿਲਣਾ। 10ਵੇਂ ਪਾਤਸ਼ਾਹ ਕਹਿੰਦੇ ਐਂ ਕਰ, ਉਹਨੂੰ ਕਹਦੇ ਇੱਕ ਵਾਰ ਗਲ ਵੱਢ ਕੇ ਸਾਡੇ ਚਰਨਾਂ 'ਚ ਰੱਖ ਦੇਵੇ, ਫਿਰ ਅਗਲੀ ਗੱਲ ਦੇਖਾਂਗੇ ਕੀ ਕਰਨਾ। ਕਹਿੰਦੇ ਗਰੇਵਾਲ ਉਹਨੇ ਗਲ ਗੁਲ ਕੋਈ ਨਹੀਂ ਕਟਾਉਣਾ, ਉਹਦਾ ਚਲਾਕੀਆਂ ਖੇਡਦਾ ਸਾਡੇ ਨਾਲ। ਕੋਈ ਗੱਲ ਨਹੀਂ, ਤੇ ਗਲ ਦੇਣਾ ਬਹੁਤ ਔਖਾ। ਇਹ ਤਾਂ ਉਹੀ ਦੇ ਗਏ ਜਿਹੜੇ 5 ਜਾਣੇ ਉਰੇ ਦੇ ਗਏ ਸਾਨੂੰ, ਸਿਰ ਦੇਣਾ ਕਿਤੇ ਸੌਖਾ। ਇਹ ਤੇਰਾ ਭਰਾ ਚਲਾਕੀਆਂ ਕਰਦਾ ਸਾਡੇ ਨਾਲ। ਇਸ ਕਰਕੇ ਸਾਧ ਸੰਗਤ ਜਿਹੜੇ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਹੁੰਦੇ ਨੇ, ਤੁਸੀਂ ਕਹਿੰਦੇ ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ, ਬਾਹਲੇ ਔਖੇ ਆ। ਨਾ ਇਹ ਜੀ ਕਿੱਥੇ ਪਹਿਲਾਂ ਅੰਦਰਲਾ ਥੜਾ ਤਿਆਰ ਕਰ ਲਓ, ਅੰਦਰਲਾ। ਇਹ ਬਹੁਤ ਵੱਡੀ ਗੱਲ ਆ, ਥੜਾ ਤਿਆਰ ਕਰਨਾ ਪੈਂਦਾ ਅੰਦਰੋਂ। ਗੁਰੂ ਸਾਹਿਬ ਦੇ ਦਰਸ਼ਨ ਹੋ ਜਾਣ ਤੁਹਾਨੂੰ, ਕੋਠੀ ਹੋਵੇ ਤੁਹਾਡੀ ਬਹੁਤ ਵੱਡੀ, ਕਾਰਾਂ ਖੜੀਆਂ ਹੋਣ, ਅੰਦਰ ਸੋਨਾ ਪੈਸੇ ਪਦਾਰਥ ਭਰੇ ਪਏ ਹੋਣ। ਕਲਗੀਧਰ ਮਹਾਰਾਜ ਆਉਂਦੇ ਕਹਿਣ, ਆ ਵੀ ਸਿੱਖਾ ਧੰਨ ਹੈ ਤੂੰ, ਚੰਗਾ ਪਾਈਆ ਸਾਰਾ ਸਾਡਾ, ਤੂੰ ਬਾਹਰ ਖੜ ਸੜਕ 'ਤੇ। ਹੁਣ ਤੁਹਾਡੀ ਜਾਨ ਨਿਕਲ ਜਾਣੀ ਉੱਥੇ। ਤੁਸੀਂ ਕਹੋਗੇ ਉਹ ਕਿੱਥੇ ਪੰਗਾ ਪਾ ਲਿਆ ਮਹਾਰਾਜ, ਤੁਸੀਂ ਕਿੱਥੇ ਆ ਗਏ। ਇਹ ਤਾਂ ਕੋਈ ਬਿਰਲਾ ਹੀ ਹੋਊਗਾ ਜਿਹੜਾ ਕਹੂੰ ਹਾਂ ਮਹਾਰਾਜ ਤੁਹਾਡਾ ਹੀ ਸਾਰਾ ਕੁਝ ਲੈ ਲਓ। ਨਹੀਂ ਦੇ ਹੁੰਦਾ, ਕਿਉਂਕਿ ਪਦਾਰਥਵਾਦੀ ਸਿੱਖ ਕਿੱਥੇ ਦੇ ਸਕਦਾ ਸਤਿਗੁਰਾਂ ਨੂੰ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨਿਆ ਪਾਈਆ। ਹੁਕਮ ਮੰਨਿਓ ਗੁਰੂ ਕੇਰਾ, ਗਾਵੋ ਸੱਚੀ ਬਾਣੀ, ਕਹਿ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹ ਸਾਰੀਆਂ ਚੀਜ਼ਾਂ ਬੜੀਆਂ ਡੂੰਘੀਆਂ। ਮੇਰੇ ਨਾਲੋਂ ਵੱਧ ਜੀਵਨ ਬਾਬਾ ਸੰਤ ਬਾਬਾ ਮੀਆਂ ਸਿੰਘ ਦਾ ਤੁਸੀਂ ਜਾਣਦੇ ਹੋ। ਸਾਨੂੰ ਤਾਂ ਸੰਤਾਂ ਨੇ ਉਹਦੀ ਇੱਕ ਚੀਜ਼ ਸੁਣਾਈ ਸੀ ਵੀ ਕੜਾਹ ਪ੍ਰਸ਼ਾਦ ਬਾਰੇ। ਬਸ ਸੰਤਾਂ ਨੇ ਤੋਲਾ ਲਿਆ ਸੀ ਪਹਿਲਾਂ, ਬਾਅਦ ਵਿੱਚ ਜਦ ਤੋਲਿਆ ਸੀ 250 ਗ੍ਰਾਮ ਘਟਿਆ ਸੀ। ਸੰਤ ਗੁਰਬਚਨ ਸਿੰਘ ਜੀ ਖਾਲਸਾ ਨੂੰ ਸਿੰਘ ਕਹਿੰਦੇ ਵੀ ਐ ਹੋਇਆ, ਇਹ ਯਕੀਨ ਨਹੀਂ ਆਉਂਦਾ, ਇਹ ਮੈਤੇ ਦੀ ਗੱਲ ਹੈ। ਹੁਣ ਤਾਂ ਕੜਾਹ ਪ੍ਰਸ਼ਾਦ ਇਕੱਲਾ ਗ੍ਰੰਥੀ ਜੋੜਾ ਪਾ ਕੇ ਬਣਾ ਲੈਂਦਾ, ਉਦੋਂ ਉੱਥੇ ਐ ਨਹੀਂ ਸੀ ਚੱਲਦਾ। 5 ਸਿੰਘ ਦੇਗ ਬਣਾਉਣ ਵਾਲੇ ਹੁੰਦੇ ਸੀ, 5 ਸਿੰਘ ਲਿਜਾਣ ਵਾਲੇ ਹੁੰਦੇ ਸੀ, ਇੱਕ ਬਾਲਣ ਡਾਹੁੰਦਾ ਹੁੰਦਾ ਸੀ, ਭਾਂਡੇ ਮਾਂਜਣ ਵਾਲਾ ਵੱਖਰਾ ਹੁੰਦਾ ਸੀ, ਇੱਕ ਜਪਜੀ ਸਾਹਿਬ ਕਰਦਾ ਹੁੰਦਾ ਸੀ। ਸੰਤ ਕਹਿੰਦੇ ਦੇਗ ਬਣਾ ਕੇ ਤੋਲ ਲਓ। ਤੋਲ ਕੇ ਜਦ ਸਾਰਾ ਦੀਵਾਨ ਸਮਾਪਤ ਹੋ ਕੇ ਕੜਾਹ ਪ੍ਰਸ਼ਾਦ ਨੂੰ ਭੋਗ ਲਵਾਤਾ, ਕਹਿੰਦੇ ਹੁਣ ਫੇਰ ਤੋਲ ਲਓ ਇੱਕ ਵਾਰੀ। ਪਾਈਆ ਦੇਗ ਘਟ ਗਈ ਵਿੱਚੋਂ।
ਇਹ ਬਾਬੇ ਮੀਆਂ ਸਿੰਘ ਸਿਆੜ ਵਾਲਿਆਂ ਦੇ ਵੇਲੇ ਹੋਇਆ। ਸੰਤ ਗੁਰਬਚਨ ਸਿੰਘ ਨੇ ਇਹੀ ਕੌਤਕ ਦਿਖਾਇਆ ਸੀ। ਕਹਿੰਦੇ ਆ ਦੇਖੋ ਭਾਈ ਛਕ ਲਿਆ ਮਹਾਰਾਜ ਨੇ। ਆ ਅੱਜ ਕੱਲ੍ਹ ਦੇ ਜਿਹੜੇ ਪ੍ਰਚਾਰਕ ਨੇ ਉਹ ਮੈਂ ਨੈੱਟ 'ਤੇ ਦੇਖਿਆ ਇੱਕ ਬੰਦਾ ਕਹੇ ਵੀ ਜੀ ਕਹਿੰਦਾ ਮਹਾਰਾਜ ਨੇ ਜੇ ਭੋਗ ਲਵਾਇਆ ਤਾਂ ਕਿੰਨੀਆਂ ਰੋਟੀਆਂ ਘਟ ਗਈਆਂ। ਇਹ ਤੁਸੀਂ ਤਾਂ ਉਹ ਡਾਕਟਰ ਆ ਜਿਹੜੇ ਪਿੰਡਾਂ 'ਚ ਕੰਪਾਊਂਡਰ ਜੇ ਡਾਕਟਰ ਕਹੀ ਜਾਂਦੇ ਆਪਦੇ ਆਪ ਨੂੰ। ਐਵੇਂ 10-20 ਦਿਨ ਡਾਕਟਰੀ ਸਿੱਖ ਲਈ ਇੱਥੇ ਲੁਧਿਆਣੇ ਜਾ ਕੇ। RMP ਡਾਕਟਰ ਬਥੇਰੇ ਫਿਰਦੇ ਤੁਹਾਡੇ ਵਰਗੇ ਤੁਰੇ। ਸਿਰੇ ਦੀ ਗੱਲ ਤਾਂ ਕਿਸੇ ਨੂੰ ਆਉਂਦੀ ਹੀ ਨਹੀਂ। ਭੋਗ ਲੱਗਣਾ ਕੀ ਹੁੰਦਾ? ਹੁਣ ਲਾਓ ਭੋਗ ਹਰ ਰਾਏ। ਇੱਕ ਹੁੰਦਾ ਦਰ ਪ੍ਰਵਾਨ ਕਰਨਾ ਕਹਿੰਦੇ ਆ। ਭੋਗ ਲੱਗਣਾ ਕੀ ਹੁੰਦਾ? ਮੈਂ ਕਈ ਵਾਰ ਉਦਾਹਰਨ ਦਿੱਤੀ ਤੁਹਾਨੂੰ। ਕੈਨੇਡਾ ਦੇ ਵਿੱਚ ਇੱਕ 12 ਸਾਲ ਦਾ ਭੁਜੰਗੀ ਸੀਗਾ। ਉਹ ਕਹਿੰਦਾ 12 ਸਾਲ ਤੋਂ ਮੈਨੂੰ ਇਹ ਕੌਤਕ ਹੋ ਰਿਹਾ। ਮੇਰੀ ਮਾਤਾ ਰੋਜ਼ ਥਾਲ ਤਿਆਰ ਕਰਕੇ ਪ੍ਰਸ਼ਾਦੇ ਦਿੰਦੀ। ਮੈਂ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖਦਾ, ਜਾ ਕੇ ਥਾਲ ਕਿਰਪਾਨ ਮਾਂਜ ਕੇ ਅਰਦਾਸ ਜਦੋਂ ਕਰਦਾ, ਮੇਰੇ ਅਰਦਾਸ ਕਰਦਿਆਂ ਇੱਕ ਨੀਲੀ ਜੀ ਲਾਈਟ ਨਿਕਲ ਕੇ ਉਹ ਥਾਲ ਦੇ ਉੱਤੇ ਪੈਂਦੀ ਆ ਕੇ। ਭੋਗ ਮੈਂ ਕਿਰਪਾਨ ਭੇਟਾ ਬਾਅਦ 'ਚ ਕਰਦਾ। ਮੈਂ ਕਿਹਾ ਇਸੇ ਨੂੰ ਭੋਗ ਲਵਾਉਣਾ ਕਹਿੰਦੇ ਵੀ ਇਹ ਭੋਗ ਲਾ ਦਿੰਦੇ ਨੇ, ਪ੍ਰਕਾਸ਼ ਪਾਉਂਦੇ ਨੇ। ਮਹਾਰਾਜ ਨੇ ਸੂਖਮ ਰੂਪ ਦੇ ਵਿੱਚ ਗ੍ਰਹਿਣ ਕਰਦੇ ਨੇ। ਇਹ ਬਹੁਤ ਵੱਡੀਆਂ ਚੀਜ਼ਾਂ ਨੇ ਜਿਹੜੀ ਤੁਹਾਡੇ ਸਮਝ ਤੋਂ ਪਰੇ ਨੇ ਵੀ ਇਹ ਭੋਗ ਕਿਵੇਂ ਲੱਗਦਾ। ਹੁਣ ਲਾਓ, ਹੁਣ ਫੇਰ ਨਹੀਂ, ਹੁਣ ਲਾਓ ਭੋਗ ਹਰ ਰਾਏ। ਮਹਾਰਾਜ ਸੱਚੇ ਪਾਤਸ਼ਾਹ ਤਾਂ ਸਿਰਫ ਤੱਕਦੇ ਨੇ ਇੱਦਾਂ, ਤਾਂ ਉਹਨਾਂ ਦਾ ਤੱਕਣਾ ਹੀ ਬਹੁਤ ਵੱਡੀ ਗੱਲ ਹੁੰਦੀ ਆ। ਦੇਖੋ ਗੁਰੂ ਰਾਮਦਾਸ ਮਹਾਰਾਜ ਨੇ ਜਦੋਂ ਭਾਈ ਜੇਠਾ ਜੀ ਦੇ ਰੂਪ ਵਿੱਚ ਲਾਹੌਰ ਤੋਂ ਅੰਬ ਖਰੀਦਿਆ ਅਗੇਤਾ ਚੇਤਰ ਦੇ ਮਹੀਨੇ ਦਾ, ਇੱਕੋ ਅੰਬ ਲਿਆ, ਉਨੇ ਹੀ ਪੈਸੇ ਸੀ ਬਸ। ਕਹਿੰਦੇ ਅੰਬ ਗੁਰੂ ਅਮਰਦਾਸ ਜੀ ਦੇ ਛਕਣ ਵਾਲਾ। ਇੱਦਾਂ ਹੀ ਫਕੜ ਲਿਆ ਹੱਥ ਦੇ ਵਿੱਚ। ਜਦੋਂ ਪਿੰਡ ਰਸਤੇ 'ਚ 10-12 ਕਿਲੋਮੀਟਰ ਵੈਰੋਵਾਲ ਪਿੰਡ ਪਹੁੰਚੇ, ਉੱਥੇ ਉਹ ਅੰਬ ਦੇ ਵਿੱਚ ਮਾੜੇ ਰਸਣ ਲੱਗ ਗਿਆ ਅੰਬ। ਕਹਿੰਦੇ ਵੀ ਹੁਣ ਕਿਹੜਾ ਕਾਰ ਸੀਗੀ, ਤੁਰ ਕੇ ਜਾਣਾ ਸੀ। ਕਹਿੰਦੇ ਉੱਥੇ ਤੱਕ ਤਾਂ ਸਾਰਾ ਹੀ ਰਸ ਜੂਗਾ ਇਹ। ਫਿਰ ਉੱਥੇ ਖੂਹ 'ਤੇ ਧੋ ਕੇ ਐਂ ਧਿਆਨ ਧਰਿਆ, ਧੰਨ ਗੁਰੂ ਅਮਰਦਾਸ ਜੀ ਮਹਾਰਾਜ ਆਪ ਜੀ ਕੋ ਭੋਗ ਲੱਗੇ, ਆਪ ਇਹ ਅੰਬ ਛਕ ਲਓ ਮਹਾਰਾਜ ਜੀ। ਸਤਿਗੁਰੂ ਅਮਰਦਾਸ ਜੀ ਉਧਰ ਬੈਠੇ ਭਾਈ ਬੱਲੂ ਸਰਾਣੇ ਖੜਾ, ਸੇਵਾਦਾਰ, ਜਿਹੜਾ ਮਹਾਰਾਜ ਨਾਲ ਸਾਰੀ ਜ਼ਿੰਦਗੀ ਰਿਹਾ। ਮਹਾਰਾਜ ਚੌਥੇ ਪਾਤਸ਼ਾਹ ਇੱਧਰੋਂ ਅੰਬ ਨੂੰ ਚੂਪਦੇ ਨੇ, ਉਧਰ ਗੱਦੀ ਪਰ ਬੈਠੇ ਤੀਜੇ ਪਾਤਸ਼ਾਹ ਵੀ ਚੂਪਦੇ ਨੇ। ਉਹ ਵੀ ਚੁੱਪੀ ਜਾਂਦੇ ਨੇ, ਉਹ ਵੀ ਚੁੱਪੀ ਜਾਂਦੇ ਨੇ। ਕਹਿੰਦੇ ਭਾਈ ਬੱਲੂ ਕਹਿੰਦਾ ਮਹਾਰਾਜ ਕਿਰਿਆ ਤਾਂ ਹੋ ਰਹੀ ਹੈ ਵੀ ਅੰਬ ਚੂਪਦੇ ਨੇ, ਅੰਬ ਦਿਖਦਾ ਨਹੀਂਗਾ। ਕਹਿੰਦੇ ਤੈਨੂੰ ਇਹ ਅੰਬ ਦਿਖਣਾ ਨਹੀਂ ਹੈ, ਇਹ ਭਾਈ ਜੇਠਾ ਜੀ ਉੱਥੋਂ ਚੁਪਾ ਰਹੇ ਨੇ ਤੇ ਮੈਂ ਚੂਪ ਰਿਹਾ। ਇੱਕ ਪਿੱਛੇ ਜੇ ਗਾਣਾ ਆਇਆ, ਚਲੋ ਵੀ ਕਦੇ ਕਦੇ ਹੋ ਜਾਂਦਾ ਵੀ ਐਵੇਂ ਕਿਤੇ ਖੜੇ ਹੋਈਏ, ਕਿਸੇ ਗੱਡੀ 'ਚ ਲੱਗਿਆ ਸੀ। ਕਹਿੰਦੇ ਲੋਕੀ ਪੁੱਛਦੇ ਨੇ ਕਿੰਨੇ ਡਾਲਰ ਕਮਾ ਲਏ, ਮਾਂ ਪੁੱਛਦੀ ਪੁੱਤ ਰੋਟੀ ਖਾ ਲਈ। ਉਹ ਗੱਲ ਹੈ ਵੀ ਜੇ ਇੱਥੇ ਮਾਂ ਬੈਠੀ ਨੂੰ ਪਤਾ ਲੱਗ ਜਾਂਦਾ ਮੇਰੇ ਪੁੱਤ ਨੂੰ ਅਮਰੀਕਾ 'ਚ ਭੁੱਖ ਲੱਗੀ ਹੋਈ, ਹੁਣ ਰੋਟੀ ਨਹੀਂ ਖਾਧੀ, ਫੋਨ ਕਰਦੀ ਪੁੱਤ ਰੋਟੀ ਨਹੀਂ ਖਾਧੀ ਅੱਜ, ਕਹੇ ਨਾ। ਮੇਰੀ ਮਾਂ ਤਾਂ ਮੈਨੂੰ ਇੱਥੋਂ ਸਾਰਾ ਕੁਝ ਦੱਸ ਦਿੰਦੀ ਹੁੰਦੀ ਸੀ ਜਦ ਮੈਂ ਅਮਰੀਕਾ ਸੀ। ਕਹਿੰਦੇ ਆ ਗਿੱਟਾ ਜਿਹਾ ਬੰਨੀ ਫਿਰਦਾ ਸੀ, ਰਾਤ ਦਿਖਦਾ ਸੀ। ਮੈਂ ਕਿਹਾ ਮੋਚ ਆ ਗਈ ਪੈਰ ਨੂੰ, ਐਂ ਵੀ ਉਹਨੂੰ ਦਿਖ ਜਾਂਦਾ ਸੀ ਗਿੱਟਾ ਬੰਨੀ ਫਿਰਦਾ। ਕਹਿੰਦੇ ਜ਼ੁਕਾਮ ਜਿਹਾ ਲੱਗਿਆ ਹੋਇਆ। ਮੈਂ ਕਿਹਾ ਇੱਥੇ ਉਹ ਅਪ੍ਰੈਲ ਦੇ ਮਹੀਨੇ 'ਚ ਨਾ ਇੱਕ ਫੁੱਲ ਉੱਗਦਾ, ਉਹਦਾ ਮਕਰੰਦ ਜਿਹਾ ਉੱਡਦਾ ਫਿਰਦਾ, ਉਹ ਨਾ ਇੱਥੇ ਜ਼ੁਕਾਮ ਬਹੁਤ ਲੱਗਦਾ। ਉਹ ਨਾਲ ਦੀ ਨਾਲ ਦੱਸ ਦਿੰਦੀ ਹੁੰਦੀ ਸੀ ਵੀ ਤੈਨੂੰ ਅੱਜ ਆਹ ਹੋਇਆ, ਤੈਨੂੰ ਬਹੁਤ ਚੀਜ਼ਾਂ ਦੱਸਦੇ। ਮਾਂ ਨੂੰ ਪੁੱਤ ਦਾ ਸਭ ਕੁਝ ਪਤਾ। ਪੁੱਤ ਦਾ ਕਿਤੇ ਐਕਸੀਡੈਂਟ ਹੋ ਜਾਏ, ਕਿਤੇ ਸੱਟ ਵੱਜ, ਮਾਂ ਕਿੰਨੀ ਘੂਕ ਸੁੱਤੀ ਉਹ ਉੱਠ ਕੇ ਬਹਿ ਜੂਗੀ, ਹੋਇਆ ਕੁਛ, ਉਹਨੂੰ ਹੋਇਆ, ਫੋਨ ਲਾਓ। ਇੰਨੀ ਆਪਸ ਵਿੱਚ ਰਿਲੇਸ਼ਨ ਹੁੰਦਾ ਮਾਂ ਪੁੱਤ ਦਾ। ਗੁਰੂ ਦਾ ਵੀ ਇਹੀ ਆ, ਮਾਤਾ ਪ੍ਰੀਤ ਕਰੇ ਪੁੱਤ ਖਾਏ। ਮਾਂ ਕਹਿੰਦੀ ਮੇਰਾ ਪੁੱਤ ਖਾਵੇ,
ਗੁਰਸਿੱਖ ਪ੍ਰੀਤ ਗੁਰੂ ਮੁਖ ਪਾਏ। ਗੁਰਸਿੱਖ ਦੀ ਪ੍ਰੀਤੀ ਗੁਰੂ ਦੇ ਮੁਖ ਪਾਉਣਾ। ਮਹਾਰਾਜ ਜੀ ਨੇ ਅੰਬ ਛਕਾਤਾ, ਛਕ ਲਿਆ। ਕਹਿੰਦੇ ਲੈ ਭਾਈ ਬੱਲੂ ਆਹ ਗੁਠਲੀ ਰੱਖ ਦੇ, ਇਹ ਜਦੋਂ ਭਾਈ ਜੇਠਾ ਜੀ ਨੇ ਆਉਣਾ ਮੈਂ ਦਿਖਾਉਣੀ ਆ ਉਹਨੂੰ। ਭਾਵਨਾ ਦੀ ਗੱਲ ਹੈ। ਗੋਬਿੰਦ ਭਾਉ ਭਗਤ ਦਾ ਭੁੱਖਾ। ਤੁਸੀਂ ਕਹੋਗੇ ਸਿੱਖੀ ਕਿਹਦਾ ਨਾਮ ਹੈ? ਸਿੱਖੀ ਨਾਮ ਹੈ ਭਾਵਨਾ ਦਾ। ਬਸ ਇੱਥੇ ਪਦਾਰਥ ਨਹੀਂ ਹੈਗੇ, ਨਾ ਪੈਸਾ ਨਾ ਕੱਪੜਾ। ਉਹ ਮਾਈ ਭਾਗ ਭਰੀ ਕਿੱਥੇ ਕਸ਼ਮੀਰ ਵਿੱਚ ਹੱਥੀਂ ਖੱਡੀ ਨਾਲ ਕੱਪੜਾ ਬੁਣ ਕੇ 6ਵੇਂ ਪਾਤਸ਼ਾਹ ਦਾ ਚੋਲਾ ਰੱਖਿਆ ਹੋਇਆ, ਖੱਡੀ ਵਾਲਾ ਕੱਪੜਾ। ਰੋਜ਼ ਪਲੰਘ ਤੇ ਰੱਖ ਕੇ ਧੂਫ ਦਿੰਦੀ ਆ। ਕਾਦ ਆਉਣਗੇ ਪੁੱਤ, ਮਾਂ ਪੁੱਤ ਕਾਦ ਆਉਣਗੇ, ਆ ਜਾਣਗੇ ਮਾਤਾ ਤੂੰ ਹੌਸਲਾ ਰੱਖ। ਲੋਕਾਂ ਨੇ ਕਹਿਣਾ ਮਾਈ ਕਮਲੀ ਹੋ ਗਈ, ਤੇਰੇ ਦਿਮਾਗ 'ਚ ਨੁਕਸ ਪੈ ਗਿਆ। ਉਹ ਬਾਜਾਂ ਵਾਲੇ, ਉਹ ਘੋੜਿਆਂ ਵਾਲੇ, ਉਹ ਫੌਜਾਂ ਵਾਲੇ ਮਾਲਕ ਉਹ ਤੇਰੇ ਕੱਪੜੇ ਨੂੰ ਆਉਣਗੇ ਏਡੀ ਦੂਰ। ਉਹ ਕਿੱਥੇ ਸ੍ਰੀ ਅਕਾਲ ਤਖਤ ਸਾਹਿਬ, ਕਿੱਥੇ ਕਸ਼ਮੀਰ। ਉਹ ਕਹਿੰਦੀ ਆਉਣਗੇ ਜ਼ਰੂਰ। ਇੱਧਰੋਂ 6ਵੇਂ ਪਾਤਸ਼ਾਹ ਬੈਠੇ ਬੈਠੇ ਕਹਿੰਦੇ ਆ ਭਾਈ ਗੁਰਦਾਸ ਗਰਮੀ ਬਹੁਤ ਆ। ਹਾਂ ਜੀ ਮਹਾਰਾਜ, ਭਾਈ ਜੀ ਕਰਦਾ ਠੰਡੇ ਇਲਾਕੇ ਚਲੀਏ ਕਿਤੇ ਜਿਹੜੇ ਬਰਫ਼ ਪੈਂਦੀ ਹੋਵੇ। ਕਹਿੰਦੇ ਚਲੋ ਮਹਾਰਾਜ। ਕਰ ਲਈਆਂ ਤਿਆਰੀਆਂ ਕਸ਼ਮੀਰ ਦੀਆਂ। ਲਾਹੌਰ ਵਾਲੇ ਪਾਸੇ ਦੀ ਗਏ ਸੀ ਉਧਰ ਨੂੰ। ਰਾਹ ਜਾਂਦੇ ਜਾਂਦੇ ਇੱਕ ਪੰਡਤ ਨੂੰ ਪੁੱਛਿਆ ਇੱਥੇ ਪੀਣ ਨੂੰ ਪਾਣੀ ਕਿਤੇ ਮਿਲੂਗਾ? ਪੰਡਤਾਂ ਨੂੰ ਪਹਿਲਾਂ ਤੋਂ ਈਰਖਾ ਆਪਣੇ ਨਾਲ। ਕਹਿੰਦਾ ਗੁਰੂ ਕਹਾਉਨੇ ਹੋ, ਪ੍ਰਗਟ ਕਰ ਲਓ ਪਾਣੀ। ਮਹਾਰਾਜ ਕਹਿੰਦੇ ਇਹ ਔਖੀ ਗੱਲ ਹੈ, ਲੈ ਫੜ। ਬਰਛਾ ਉੱਥੇ ਹੀ ਮਾਰਤਾ ਖੜਿਆਂ ਨੇ। ਜਦ ਖਿੱਚਿਆ ਤਾਂ ਏਡੀ ਧਾਰ ਬਾਹਰ ਨਿਕਲੀ। ਅੱਜ ਤੱਕ ਉਹ ਧਾਰ ਚੱਲਦੀ ਆ। ਮਹਾਰਾਜ ਸੱਚੇ ਪਾਤਸ਼ਾਹ ਗਏ। ਜਦ ਉਹਦੇ ਘਰੇ ਮਾਈ ਦੇ ਪ੍ਰਵੇਸ਼ ਹੋਏ, ਘੋੜੇ ਠੱਕ ਠੱਕ ਪੌੜਾਂ ਦੀ ਆਵਾਜ਼ ਆਈ। ਕਹਿੰਦੇ ਮਹਾਰਾਜ ਜੀ ਆ ਗਏ। ਮਾਈ ਖੁਸ਼ੀ 'ਚ ਬਾਹਰ ਨੂੰ ਭੱਜ ਲਈ। ਇਹ ਮੇਰੇ ਨਾਲ ਵੀ ਹੋਇਆ। ਪਹਿਲਾਂ ਅਸੀਂ ਮੰਨਦੇ ਸੀ, ਕਥਾ ਕਰਦੇ ਜ਼ਰੂਰ, ਕਹਿੰਦੇ ਦਿਸ਼ਾ ਭਰਮ ਹੋ ਗਿਆ ਇਹਨੂੰ। ਇਟਲੀ ਗਏ ਇੱਕ ਪਰਿਵਾਰ ਦੇ ਘਰ। ਹੁਣ ਮੈਂ ਇੱਥੇ ਜਾਣਾ ਸੀ। ਉਹ ਹੁਣ ਕਿੱਥੇ ਇਟਲੀ 'ਚ ਕਿੱਥੇ ਕੋਈ ਸਿੰਘ ਜਾਂਦਾ, ਉਹ ਕਿਤੇ ਜੰਗਲਾਂ ਜਾ ਕੇ ਪਰਿਵਾਰ ਬੈਠਾ। ਜਦੋਂ ਮੈਂ ਉੱਥੇ ਪਹੁੰਚਿਆ, ਉਹਦੀ ਸਿੰਘਣੀ ਕਹਿੰਦੀ ਬਾਬਾ ਜੀ ਇਹਨੂੰ ਸਵੇਰ ਦਾ ਪਤਾ ਨਹੀਂ ਕੀ ਹੋਇਆ, ਚਾਹ 'ਚ ਲੂਣ ਪਾਈ ਜਾਂਦਾ, ਕਦੇ ਪੱਤੀ ਵਾਲੇ 'ਚ ਉਹ ਪਾ ਦਿੰਦਾ, ਕਦੇ ਡੱਬੇ ਉਹ 'ਚ ਉਹ ਉਲਟਾ ਆਉਂਦਾ। ਇਹ ਨਾ ਖਾਣੀ ਦਿਮਾਗ ਖਰਾਬ ਹੋਇਆ ਅੱਜ। ਮੈਂ ਕਿਹਾ ਇਹਨੂੰ ਕੁਛ ਨਹੀਂ ਹੋਇਆ, ਇੱਕ ਖੁਸ਼ੀ ਹੋਈ ਇੰਨੀ, ਇਹਨੂੰ ਇਹ ਨਹੀਂ ਸਮਝ ਲੱਗਦੀ ਬਈ ਮੈਂ ਕਰਾਂ ਕੀ। ਜੇ ਨਿਆਣੇ ਇੱਕ ਚੁਟਕਲਾ ਜਿਹਾ ਸੁਣਾਉਂਦੇ ਹੁੰਦੇ ਆ, ਉਹ ਇੱਕ ਬੰਦਾ ਹਾਫਲਿਆ ਹੋਇਆ ਭੱਜਿਆ ਭੱਜਿਆ ਡਾਕਖਾਨੇ ਜਾ ਵੜਿਆ। ਕਹਿੰਦੇ ਆਓ ਜੀ। ਕਹਿੰਦਾ ਮੇਰੇ ਘਰ ਵਾਲੀ ਗਵਾਜੀ। ਕਹਿੰਦਾ ਫਿਰ ਥਾਣੇ ਜਾ। ਉਹ ਕਹਿੰਦਾ ਖੁਸ਼ੀ 'ਚ ਨਹੀਂ ਪਤਾ ਲੱਗਦਾ ਵੀ ਕਿੱਥੇ ਜਾਵਾਂ। ਕਹਿੰਦਾ ਮੈਂ ਡਾਕਖਾਨੇ ਹੀ ਆ ਵੜਿਆ। ਤਾਂ ਚੁਟਕਲਾ ਹੈ ਮੈਂ ਜਾਣ। ਇਹ ਭਰਮ ਪੈ ਗਿਆ ਵੀ ਕਿਹੜੇ ਡੱਬੇ 'ਚ ਕੀ ਆ, ਕਿਹੜੇ 'ਚ ਕੀ। ਚੱਕ ਕੇ ਲੂਣ ਹੀ ਪਾਈ ਗਿਆ ਖੰਡ ਦੀ ਜਗ੍ਹਾ। ਐਸੋ ਭਾਉ ਬਿਦਰ ਕੋ ਦੇਖਿਓ। ਉਹ ਗਰੀਬ ਮੋਏ ਭਾਵ ਹੈ। ਉਹ ਬਿਦਰ ਦੇ ਘਰ ਵਾਲੀ ਇਸ਼ਨਾਨ ਕਰਦੀ ਸੀ। ਕ੍ਰਿਸ਼ਨ ਜੀ ਆ ਗਏ। ਉਦੋਂ ਲੋਕ ਬੜੇ ਅੱਛੇ ਹੁੰਦੇ ਸੀ, ਦਿਲ ਦੇ ਵਿੱਚ ਐਨ ਸ਼ੀਸ਼ੇ ਵਰਗੀ ਸਫਾਈ ਹੁੰਦੀ ਸੀ, ਵਕਾਰ ਨਹੀਂ ਸੀ ਹੁੰਦੇ। ਉਸ ਵਕਤ ਜਦੋਂ ਕ੍ਰਿਸ਼ਨ ਜੀ ਆਏ, ਉਹ ਬਿਨਾਂ ਵਸਤਰਾਂ ਤੋਂ ਹੀ ਫਟਾਫਟ ਭੱਜ ਕੇ ਚਾਹ ਦੇ ਵਿੱਚ ਆ ਗਈ। ਕ੍ਰਿਸ਼ਨ ਜੀ ਆਏ, ਕ੍ਰਿਸ਼ਨ ਜੀ ਲੰਮੀ ਪੈ ਗਈ ਮੱਤਾ। ਕ੍ਰਿਸ਼ਨ ਜੀ ਨੇ ਆਪਦੀ ਲੋਈ ਲਾ ਕੇ ਉਹਦੇ ਉੱਤੇ ਪਾਤੀ। ਇਹ ਪਿਆਰ ਹੈ। ਫਿਰ ਬਹਿ ਗਏ। ਕੇਲੇ ਛਿੱਲ ਛਿੱਲ ਕੇ, ਕੇਲੇ ਦਾ ਗੁੱਦਾ ਤਾਂ ਐ ਸਿੱਟੀ ਜਾਂਦੀ ਆ ਕੂੜੇ 'ਚ, ਤੇ ਛਿਲਕੇ ਕ੍ਰਿਸ਼ਨ ਜੀ ਨੂੰ ਖਵਾਈ ਜਾਂਦੀ ਆ। ਕ੍ਰਿਸ਼ਨ ਜੀ ਛਿਲਕੇ ਹੀ ਖਾਈ ਜਾਂਦੇ ਨੇ। ਐਸਾ ਕੇਲਾ ਨਹੀਂ ਖਾਧਾ। ਬਹੁਤ ਸਵਾਦ ਆ ਵੀ ਬਹੁਤ। ਸਾਗ ਦੇ ਵਿੱਚ ਲੂਣ ਹੀ ਨਹੀਂ ਪਾਇਆ। ਕ੍ਰਿਸ਼ਨ ਜੀ ਕਹਿੰਦੇ ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਣੀ। ਦੁਰਯੋਧਨ ਕਹਿੰਦਾ ਸੀ ਮੇਰੇ ਮਹਿਲਾਂ 'ਚ ਨਹੀਂ ਆਏ, ਮੈਂ ਬਦਾਮਾਂ ਵਾਲਾ ਦੁੱਧ ਬਣਾਇਆ ਸੀ। ਉਹ ਕਹਿੰਦੇ ਤੇਰੇ ਬਦਾਮਾਂ ਵਾਲੇ ਦੁੱਧ ਨਾਲ ਤਾਂ ਉਹਦਾ ਸਾਗ ਸਵਾਦ ਸੀ। ਮੈਂ ਤੁਹਾਨੂੰ ਦੱਸ ਦਿਆਂ ਵੀ ਭਾਵਨਾ ਵੱਡੀ ਹੁੰਦੀ ਹੈ। ਭਾਵਨਾ ਰੱਖੋ ਆਪਣੇ ਮਨ 'ਚ।
महाराज जी थोतों ये नहीं चाहते भी मैनू सोने की रोटी बना के खवाओ, मैनू आ खवाओ ना। भावना में चीज़ बनाओ, कोई भी बनाओ। पर रमाला अजकल लेने बाजार जाने रमाला दिखा भी वधिया। पहला कहते होंगे सी रमाला दिखा सस्ता जा, चलो वो तो हुण ठीक हो गए दिमाग। रमाला लिया जी किन्ने दा ये 2000 2500 3000, चलो 10,000 का भी वो ले लिया, लिया के चढ़ाता। ये तो एक भावना भी मैं 10,000 का रमाला दरबार साहब हरमंदिर साहब 1.5 लाख 3-3 लाख के रमाले चढ़ते हैं। और देखते उसी चांदनी समेत इन्नी कढ़ाई की होंगी। पर वो भी रब दे प्यारे ने जिहड़े कपड़ा आप लियाउंदे रमालियां दा, सूई धागे नाल आप सिउंदे सी, आप कढ़ाइयां करनियां, फिर उहनूं धोना, धो के फिर वो रमाले नूं प्रैस करना, खुशबूआं ला के वो जद चढ़ाउण जांदे आ, ਉਹਦਾ 100 गुणा फल है। आ की होया भी इत्थे पैसे दे के दुकान तो चक लियो बाहरों तो चढ़ा दो जी। मैं रमाला चढ़ा के आया। मैं हुण आया, तुसी भी सतगुरां कोल आए हो सारे जाने। मैं तो नहीं देखिया भी मूहरे किन्ने क फ्रूट पे ने महाराज दे। हाँ, गुरु नानक साहब की जी फोटो बनी है वो जरूर केले रखे हुए आ, सेब रखे होणगे, फुल रखे होणगे, पर प्रतख रूप दे विच कोई नहीं चढ़ाउंदा। ये तुसी ये बहुत वड्डी गलती है तुहाडी। उन्नी गल तक तुसी पहुँचे नहीं हले तक। जदों भी सतगुरां दर ते जाने, हुण सानूं भी संगत मिलण आउंदी जां गुरुद्वारिआं 'च भी जांदे आ, भज के केलियां वाली रेहड़ी नूं भज्जणगे। किहड़ा फल लेना? सब तो सस्ता जिहड़ा 60 रुपये किलो वाला, 50 ला लै, केले गुरुद्वारे चढ़ा दो जी। तो हुण सानूं भी दे दे भाई, आ स्ट्रॉबेरी किवें आ, आ कीवी किवें आ फलाना किवें आ, चैरी किवें दित्ती आ। अपने लिए ये फ्रूट लैंदे तुसीं, महाराज लिए केले। इस करके इस गल का ध्यान दो, जिहा बीजा सो लुणा, कर्मा संदड़ा खेत है। पहला मैं गुरुद्वारे दुख निवारण साहब जब हैड ग्रंथी हुंदा सी, मैनू गोलकां जब गिणदे सी, मैनू मैनेजर साहब ने कहना चलो तुसीं गांधी जी आप जिहड़े नोट पुराने पाटे जे लोग चढ़ाउंदे यही सैट करके रख दो, बस तुहाडी ड्यूटी इन्नी आ। वो जब मैं इकट्ठे करी मैनू नाल नाल थोड़ा जिहा गुस्सा भी आई जाना, बई यार असीं तां नवां नोट चढ़ाउणे, लोग महाराज नूं पता नहीं की समझदे आ, पाटिया नोट चढ़ाउणा महाराज नूं। मैं भी उत्थे कथा भी मैं ही करनी हुंदी सी। फिर मैं संगत नूं कहता भी जे पाटे चढ़ाओगे पाटे ही मिलणगे तुहानूं। तुहाडे इन्नी भी शरधा नहीं भी गुरु ग्रंथ साहिब नूं पहलां तां अपने परस विचों फरोल के, हुण तां सुख नाल 1 रुपये 2 रुपये वाले नोट बंद हो गए, नहीं तां तुसीं ਉਹੀ कढदे। मेरे वेले दफ्तर दे विचों जिथे खजानची है उत्थे लोगों ने आना, आ दही 10 रुपए दी पंजियां। मैं कहा पंजियां की करनियां? कहना मत्था टेकण नूं। ये देख लो, जे ब्याह आ गया फिर जाणगे बैंक च, आ दही नवे नोटां दी थही 100-100 वालियां दी ऐ सुट्टणगे बार बार के। फिर थोड़े जिहड़े दिमागां दे ना पॉइंट थोड़े ठीक करन वाले आ। साडे घरे पक्खा लाउण आ गया बंदा, नवा पक्खा, वो ला लू के चला गया, चलाया वो पुट्ठा ही चले। फिर मैं उन्होंने फोन किया, मैं कहा चलदा ही पुट्ठा। कहना ओहो तारां पुट्ठियां लग गई। मैं कहा जिवें अजकल लोकां लगियां हुई। कहना हाँ थोड़ियां भी तारां जिहड़ियां पुट्ठियां जा लगियां हुई, इहनूं ठीक कर लो। जिहा जिहा बीजोगे उहा जिहा वड्डोगे, ध्यान रख लियो। ये बहुत कुछ देखा, बहुत सारिया साखियां ने, क्योंकि टाइम अपने को उन्ना की है। मैनू कहे सी हुण पहला बाबा जी वो लगणगे, फिर थोड़ी वारी है 3 बजे तो 4 बजे तक। पहला तो मैं कहना हुंदा मैं शरीर नहीं ठीक, मैं ढिला जाए, मैं अद्धा घंटा ही लाऊंगा, चलो कोई नहीं, वो तो महाराज जानते। और मैं कई बार स्टेज पर कहा भी जब मैनू टाइम देना हुंदा
तो स्टेट सैकटरी ये कहे बई हुण लगणगे ज्ञानी जी हटण वाला इन्हां दा अपना हिसाब है, फिर मैं भावें 5 बजे तक कथा करा। इस करके ये गल का ख्याल रखना, इन्ना साल बाद तो आप एक कथा करनी है, तो साल बाद तुसीं एक कथा जिहड़ी है वो भी कहो घट टाइम करिए, ये नहीं सरना अपना। इस करके सारी संगत इस गल का ख्याल रखो। सतयुग दे विच लोग जिहे जे सी, फिर त्रेते विच त्रेता, फिर जग चल पे, फिर द्वापर दे पूजा चल पई, फिर कलयुग दे विच नाम का आधार है। बाणी नूं पढ़ना, बाणी नूं सुनना, बाणी नूं मनना ये अलग चीज़ है। तुसीं बाणी भी पढ़ते हो पर मर्जियां अपनियां करते हो, ये तुहाडा अलग मैटर है। बाणी दे अंदर सतगुरु महाराज ने जिवें जदों मैं लड़ीवार कथा की, मैनूं उदों बहुत कुछ मिल गया सी। महाराज ने बचन जिवें कीता, आसा महला पंजवां, सूख सहज आनंद घना हर कीर्तन गाओ। ध्यान नाल सुनो, फिर सुनो। आसा महला पंजवां कहते सूख सहज आनंद घना हर कीर्तन गाओ। की कहा? सूख सहज आनंद घना हर कीर्तन गाओ। ग्रह निवारे सतगुरु दे अपना नाम। मैं सोचता सी बाणी कहते ग्रह होंदे ही नहीं। जब गुरु साहब के 5वें पातशाह शब्द पढ़िया तो उत्थे लिखा ग्रह निवारे सतगुरु। किवें? दे अपना नाम। ਉਹਦੇ लिखा सी सगन सगन अप सगन तिसको लगा जी चीत ना आवे। अगे अखीर ते जाके लिखा सी महाराज सच्चे पातशाह ने, पुन दान जप तप जेते सब ऊपर नाम, हर हर रसना जो जपै तिस पूर्ण काम। भ्रम बिनसे मोह गए किछ दिशा न बीया, नानक राखे पार ब्रह्म फिर दुख न थीया। ये शब्द कढ़ लो। आज हुण तां सारे कोल आई ग्रंथ है, नैट दे विच 4 अखर लिखो जद ये शब्द बाहर आ जांदा। हुण तां मौज ही बड़ी है। महाराज सच्चे पातशाह कहते नाम तो सब थल्ले है। असीं दोनों बेड़ियां च पैर रखिया। पिछला इतिहास भी नाल लई आउने आ, ऐ हुण वाला भी नाल तोरी आउने आ। नाम जिहड़ा ना, नाम वड्डी दात है। पहला लोग जाते हुंदे सी पैदल। मैं भी पैदल जाता रहा। पहला साइकिल कित्थे हुंदे सी अपने कोल? पहला पैदल ही जाते हुंदे सी, जिधर जाना पैदल। मेरी दादी महल कला पिंड तो महल खुर तो बरनाले सौदा लैन जाती 15-20 किलोमीटर तुर के ही जाती हुंदी सी। तुर के ही सिर ते सौदा चक लियाउंदी सी। तकड़ियां हुंदियां सी माइयां पहलियां। इस करके ये जिहड़ी है ना सारियां चीज़ां तुहानूं मैं दस रहा। पुराना जमाना। फिर आ गए जी साइकिल। बड़ा चा चढ़िया। जिहदे कोल साइकिल हुंदा सी लोग देख के उहदे मगर जाते। ਨਿਆਣਿਆਂ ने मगर भजना भी साइकिल आ गया। कहना असी भी कहते होंगे सी, कहते ये जादू है। देख लो 2 टायर लगे, डिगदा नहीं। कहते ये डंडे जे पाए जी जादू है। कई साल तो असी ऐं कमले कहते रहे भी जादू है। लै भी ये पता नहीं किवें तुर पैंदा 2 टायरां ते। उदों बाद फिर आह स्कूटर जे आ गए, फिर कारां आ गईयां, फोन आ गए। सो इस करके फिर जहाज़ आ गए। हुण जहाज़ां ते चढ़दे फिरदे आपां। हुण जे कोई कहे बंदा भी मैं कनेडा अमरीका जाना पर नाल साइकिल नाल रख के लैके जाऊँ अपना, क्यों? वो साइकिल वाला जमाना गया, उन्हें खैड़ा छड्ड दे ना। ये जिहड़े सी पुरानियां चीज़ां ने, मैं बहुत सारे लोगों नोट करदा जदों सिੱਖੀ ਦਾ रौला बहुत पाउंदे। सिੱਖੀਆਂ ਅਸੀਂ सिੱਖਾਂ सिख जदों आऊगा ब्याह का टाइम, उदों सिੱਖੀ की कोई मर्यादा भी नहीं निभाते। उत्थे
ਜਦੋਂ ਮਰਗਤ ਦਾ ਟਾਈਮ ਆਉਂਦਾ ਉਦੋਂ ਸਿੱਖੀ ਦੀ ਮਰਿਆਦਾ ਕੋਈ ਵੀ ਨਹੀਂ ਹੁੰਦੀ ਉੱਥੇ ਫਿਰ ਉਹ ਪੰਡਤਾਂ ਵਾਲੀਆਂ ਗੱਲਾਂ ਸਾਰੀਆਂ, ਘੜਾ ਫੋੜਨਗੇ, ਆਹ ਕਰਨਗੇ, ਆਹ ਕਰਨਗੇ। ਜਦ ਤੁਹਾਨੂੰ ਰਾਹ ਵਧੀਆ ਦਿੱਤਾ ਹੋਇਆ ਫਿਰ ਤੁਸੀਂ ਕਿਉਂ ਗਲਤ ਰਸਤੇ 'ਤੇ ਚੱਲਦੇ ਹੋ? ਆਉਂਦਾ ਨਾ ਬਚਨ, ਭਾਵੇਂ ਚੰਦਰਮਾ ਨਾਸ ਹੋ ਜਾਵੇ ਸੰਤਾਂ ਦਾ ਬੋਲ ਨਾ ਟਲੇ। ਜਿੰਨੇ ਗ੍ਰਹਿ ਨੇ, ਨਕਸ਼ਤਰ ਨੇ, ਜਿੰਨੀਆਂ ਤਾਕਤਾਂ ਮਾੜੀਆਂ ਨੇ, ਜਿੰਨੀਆਂ ਤਾਕਤਾਂ ਚੰਗੀਆਂ ਨੇ, ਸਾਰੀਆਂ ਸੰਤਾਂ ਦੇ ਅਧੀਨ ਹੀ ਹੁੰਦੀਆਂ ਹੈ। ਹੁਣ ਮੈਨੂੰ ਕਈਆਂ ਨੇ ਪੁੱਛਿਆ ਸੀ ਕੋਈ ਮਹਾਂਪੁਰਖ ਦੱਸੋ, ਮੈਂ ਇੱਥੇ ਕਈ ਜਣੇ ਭੇਜੇ ਵੀ ਆ। ਮੈਂ ਕਿਹਾ ਜੇ ਕਹਿੰਦੇ ਦਰਸ਼ਨ ਕਰਨੇ ਨੇ, ਮੈਂ ਕਿਹਾ ਕਰੇ ਆਓ ਜਾ ਕੇ, ਉੱਥੇ ਮਹਾਂਪੁਰਖ ਨੇ ਆਹ ਐਡਰੈਸ ਆ, ਉੱਥੇ ਪਹੁੰਚ ਜਾਓ। ਹਲੇ ਵੀ ਕਈ ਸੋਚ ਰਹੇ ਨੇ ਵੀ ਜਾਣਾ ਸੀ। ਮੈਂ ਕਿਹਾ ਬਾਅਦ ਤੁਸੀਂ ਰੋਂਦੇ ਸੀ ਵੀ ਹੰਸਾਲੀ ਵਾਲੇ ਸੰਤਾਂ ਦੇ ਦਰਸ਼ਨ ਕਰਨੇ ਸੀ, ਉਹ ਚਲੇ ਹੀ ਗਏ। ਮੈਂ ਕਿਹਾ ਬਹੁਤਾ ਮੌਕਾ ਨਹੀਂ ਹੁੰਦਾ, ਦਰਸ਼ਨ ਕਰ ਲਓ ਮਹਾਂਪੁਰਖਾਂ ਦੇ। ਬੰਦਾ ਪਛਤਾਉਂਦਾ ਬਾਅਦ ਦੇ ਵਿੱਚ, ਇੱਕਦਮ ਯਕਦਮ ਚਲੇ ਜਾਂਦੇ ਇਹ ਤਾਂ। ਇਸ ਕਰਕੇ ਹੈ ਕਿ ਅੱਜ ਫੋਟੋਆਂ 'ਤੇ ਹੀ ਗੁਜ਼ਾਰਾ ਚੱਲਦਾ। ਹੁਣ ਕੀ ਕਰੀਏ, ਕਰਮਾਂ ਵਿੱਚ ਜਿੰਨੇ ਸਾਧੂਆਂ ਦੇ ਦਰਸ਼ਨ ਸੀ, ਜਿੰਨਿਆਂ ਦੇ ਮੈਂ ਦਰਸ਼ਨ ਕੀਤੇ ਨੇ, ਹੁਣ ਸਾਰੇ ਹੀ ਚਲੇ ਗਏ। ਪਰ ਇਹ ਦੁੱਖ ਜ਼ਰੂਰ ਲੱਗਦਾ ਮੈਨੂੰ ਵੀ ਮਹਾਰਾਜ ਹੁਣ ਇਹਨਾਂ ਵੀ ਚਲੇ ਜਾਣਾ, ਹੁਣ ਇਹਨਾਂ ਨੇ ਵੀ ਚਲੇ ਜਾਣਾ। ਕਿ ਬਜ਼ੁਰਗ ਮਿਲਦੇ ਸਾਰੇ, ਕੋਈ ਮੈਂ ਕਿਹਾ ਇਹੋ ਜਿਹਾ ਮਹਾਂਪੁਰਖ ਹੋਵੇ ਜਿਹੜਾ ਸਾਡੇ ਤੋਂ ਬਾਅਦ 'ਚ ਜਾਵੇ, ਪਹਿਲਾਂ ਅਸੀਂ ਜਾਈਏ ਦੁਨੀਆ 'ਚ, ਫਿਰ ਮਹਾਂਪੁਰਖ ਜਾਵੇ। ਸੋ ਇਸ ਕਰਕੇ ਸਾਧ ਸੰਗਤ, ਉਹ ਤਾਂ ਫਿਰ ਗੁਰੂ ਗ੍ਰੰਥ ਸਾਹਿਬ ਹੀ ਹੈ। ਨਾ ਉਹ ਮਰੈ ਨਾ ਹੋਵੇ ਸੋਗ, ਦੇਂਦਾ ਰਹਿ ਨਾ ਚੂਕੈ ਭੋਗ, ਗੁਣ ਇਹੋ ਹੋਰ ਨਾਹੀ ਕੋਇ, ਨਾ ਕੋ ਹੋਆ ਨਾ ਕੋ ਹੋਏ। ਸਾਧੂ ਸੰਤ ਜਾਂਦੇ ਨਹੀਂ ਹੁੰਦੇ ਕਿਤੇ। ਅੱਜ ਵੀ ਮੈਂ ਅੰਦਰ ਦੱਸਿਆ ਸਿੰਘਾਂ ਨੂੰ ਵੀ ਜਦੋਂ ਸੰਤ ਸਰੀਰ ਛੱਡਦੇ, ਇਹਨਾਂ ਦੀ ਆਤਮਾ ਗੁਰੂ ਗ੍ਰੰਥ ਸਾਹਿਬ 'ਚ ਲੀਨ ਹੋ ਜਾਂਦੀ ਜਾ ਕੇ। ਉੱਥੇ ਮੈਂ ਕਥਾ ਕੀਤੀ ਸੀ ਇੰਗਲੈਂਡ ਵਿੱਚ, ਇੱਕ ਵੱਡੇ ਸੰਤਾਂ ਦੇ ਬਚਨਾਂ ਨਾਲ ਭੁਚੰਗੀ ਹੋਇਆ ਸੀ। ਚਲੋ ਹੁਣ ਉੱਧਰਲੇ ਕਲਚਰ ਅਨੁਸਾਰ ਜਿਹਾ ਜਿਹਾ ਵੀ ਸੀ, ਪਰ ਭਜਨ ਪਾਠ ਕਰਦਾ ਸੀ। ਮੈਂ ਕਥਾ ਕਰਦਾ ਸੀ, ਬਾਅਦ 'ਚ ਮੈਨੂੰ ਉੱਠ ਕੇ ਕਹਿੰਦਾ ਵੀ ਐਂ ਹੁਣ ਅੱਜ ਸਤਿਗੁਰੂ ਦੇ ਸਰੂਪ ਵਿੱਚੋਂ ਰਾੜੇ ਵਾਲੇ ਸੰਤ ਨਿਕਲ ਕੇ ਮੇਰੇ ਸਿਰ 'ਤੇ ਹੱਥ ਰੱਖ ਕੇ ਫਿਰ ਸਰੂਪ 'ਚ ਲੋਪ ਹੋ ਕੇ ਜਾ ਕੇ। ਮੈਂ ਕਿਹਾ ਸਾਧੂ ਕਿੱਥੇ ਜਾਂਦਾ? ਸ਼ਬਦ ਦਾ ਅਭਿਆਸ ਕਰਦੇ ਕਰਦੇ ਉਹ ਸ਼ਬਦ ਦਾ ਰੂਪ ਹੀ ਹੋ ਜਾਂਦਾ। ਬਸ ਜੋ ਪਾਣੀ ਸੰਗ ਪਾਣੀ ਹੋ ਜਾਂਦਾ। ਕੋਈ ਸਾਧੂ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਨਹੀਂ ਹੈ, ਸਾਰੇ ਸ਼ਬਦ ਰੂਪ ਹੋ ਕੇ ਵਿੱਚ ਹੀ ਸਮਾ ਜਾਂਦੇ ਹੁੰਦੇ ਨੇ। ਇਸ ਕਰਕੇ ਸਾਧੂਆਂ ਦੀ ਸੰਗਤ, ਪੂਰਨ ਪੁਰਖਾਂ ਦੀ ਸੰਗਤ, ਮੈਂ ਤਾਂ ਅੱਜ ਵੀ ਮਹਾਰਾਜ ਕੇ ਬੇਨਤੀ ਕਰਦਾ, ਪੂਰਨ ਪੁਰਖਾਂ ਦੀ ਸੰਗਤ ਬਖਸ਼ੋ, ਪੂਰਨ ਗੁਰੂ ਦੀ ਸੰਗਤ ਮਿਲੇ, ਸੰਗਤਾਂ ਦੀ ਸੰਗਤ ਮਿਲੇ, ਪੂਰਨ ਸੰਗਤਾਂ ਦੀ। ਰਾੜੇ ਵਾਲੇ ਸੰਤਾਂ ਦੇ ਪੁਰਾਣੇ ਸਿੰਘ ਕਈ ਸਾਥੀ ਮੈਨੂੰ ਮਿਲਦੇ ਰਹੇ। 1975 ਵਿੱਚ ਉਹਨਾਂ ਨੇ ਸਰੀਰ ਛੱਡਿਆ, ਕੋਚੀ ਸੰਤ ਸਾਹਮਣੇ ਖੜੇ, 2 ਸ਼ਹੀਦ ਸਿੰਘ ਨਾਲ, ਸੰਤ ਚਿੱਟੇ ਕੱਪੜੇ ਪਾਏ, ਹੱਸੀ ਜਾਣ ਸੰਤ। ਕਹਿੰਦੇ ਮੈਂ ਉੱਠ ਕੇ ਫਟਾਫਟ ਛਾਲ ਮਾਰ ਕੇ ਮਹਾਰਾਜ ਬੜੇ ਦਰਸ਼ਨ ਦਿੱਤੇ। ਕਹਿੰਦੇ ਭਾਈ ਤੂੰ ਸਵੇਰ ਦਾ ਜਿਉਂ ਯਾਦ ਕਰਨ ਲੱਗਿਆ ਸਾਨੂੰ ਆਉਣਾ ਹੀ ਪਿਆ। ਪਰਸੋਂ ਹੀ ਹਲੇ ਇੱਕ ਸਿੰਘ ਦਾ ਮੈਨੂੰ ਫੋਨ ਆਇਆ, ਉਹਨੇ ਵੀ ਸੇਮ ਇਹੀ ਗੱਲ ਸੁਣਾਈ ਮੈਨੂੰ। ਕਹਿੰਦਾ ਰਾਮਪੁਰ ਖੇੜੇ ਵਾਲਾ ਸੰਤਨ ਜੀਵਨ ਪੜ੍ਹਿਆ ਜਾਂ ਤੂੰ ਚੌਰ ਲੋੜ ਆ ਤੁਹਾਡੇ ਵੀ, ਅਸੀਂ ਆਤਮਾ ਕੀ ਕਰਨੀ ਹੈ। ਸੋ ਗੱਲ ਹੈ ਵੀ ਮਹਾਂਪੁਰਖਾਂ ਦਾ ਸਰੀਰ ਜਦ ਤੱਕ ਬੈਠਾ, ਜਿਨ੍ਹਾਂ ਨੇ ਕਮਾਈਆਂ ਕੀਤੀਆਂ, ਉਦੋਂ ਤੱਕ ਰੱਬ ਦਾ ਕੈਮਰਾ ਵੀ ਫਿੱਟ ਹੈ ਇੱਧਰ ਨੂੰ। ਇਹ ਜਦੋਂ ਚਲੇ ਜਾਂਦੇ ਨੇ ਫਿਰ ਉਹ ਕੈਮਰੇ ਪਾਸੇ ਹਟ ਜਾਂਦਾ। ਬਸ ਜਿੰਨਾ ਚਿਰ ਦੀਵਾਨ ਲੱਗਣਾ ਉਹਨਾਂ ਚਿਰ ਆਹ ਕੈਮਰੇ ਵਾਲੇ ਸਾਰੇ ਫਿੱਟ ਕਰੀ ਫਿੱਟਦੇ ਆ। ਜਦ ਦੀਵਾਨ ਦੀ ਸਮਾਪਤੀ ਇਹ ਵੀ ਚੱਕ ਕੇ ਭੱਜ ਜਾਣਗੇ ਡੰਡੇ ਡੋਰ ਕੇ ਆਪਣੇ। ਮਹਾਂਪੁਰਖਾਂ ਦਾ ਸੰਸਾਰ ਤੇ ਰਹਿਣਾ ਬਹੁਤ ਵੱਡੀ ਗੱਲ ਹੁੰਦੀ ਆ। ਬਚਨ ਨਿਗਾਹ ਹੀ ਕਰ ਦੇਣ ਤਾਂ ਬਹੁਤ ਵੱਡੀ ਗੱਲ ਹੈ। ਬਸ ਕਿਰਪਾ ਦ੍ਰਿਸ਼ਟੀ ਨਾਲ ਤੱਕ ਦੇਣ ਤਾਂ ਬਹੁਤ ਵੱਡੀ ਗੱਲ ਹੁੰਦੀ ਆ। ਇਸ ਕਰਕੇ ਸਾਧ ਸੰਗਤ ਅਰਦਾਸ ਕਰੋ, ਮਹਾਂਪੁਰਖਾਂ ਦੀ ਚੜ੍ਹਦੀ ਕਲਾ ਸਰੀਰ ਰਹੇ। ਮਾੜੀ ਮੋਟੀ ਮੇਰੀ ਵੀ ਕਰ ਦਿਓ, ਮੈਂ ਵੀ ਚੜ੍ਹਦੀ ਕਲਾ 'ਚ ਪ੍ਰਚਾਰ ਕਰਦਾ ਰਹਾਂ। ਸਿੱਖੀ ਮਿਲੇ, ਮਹਾਰਾਜ ਦੀ ਨਾਮਦਾਨ ਮਿਲੇ। ਇਸ ਕਰਕੇ ਮੈਨੂੰ ਪਤਾ ਹੀ ਨਹੀਂ ਸੀ, ਮੈਂ ਇੱਥੋਂ ਕਈ ਵਾਰ ਲੰਘਿਆ ਹੋਣਾ ਜ਼ਿੰਦਗੀ 'ਚ। ਇਹ ਤਾਂ ਜਦ ਮੈਂ ਪਹਿਲੀ ਵਾਰ ਬਾਬਾ ਜੀ ਕੋਲ ਆਇਆ ਸੀ, ਮੈਨੂੰ ਸੁਨੇਹਾ ਆ ਗਿਆ
ਕਿਸੇ ਮਹਾਂਪੁਰਖ ਦਾ, ਕਹਿੰਦੇ ਜਿੱਥੇ ਤੂੰ ਕੱਲ੍ਹ ਨੂੰ ਜਾਣਾ ਉੱਥੇ ਊਂ ਨਾ ਆ ਜੀ ਹੁਣ ਖਾਲੀ, ਜਿੱਥੇ ਤੂੰ ਚੱਲਿਆ ਉੱਥੇ ਬਹੁਤ ਵੱਡਾ ਸਮੁੰਦਰ ਪਿਆ, ਲੈ ਆਈ ਹੁਣ ਕੁਛ। ਨਹੀਂ ਮੈਨੂੰ ਕਿੱਥੇ ਪਤਾ ਲੱਗਣਾ ਸੀ, ਮੈਂ ਤਾਂ ਕਥਾਵਾਚਕ ਵਾਂਗੂ ਆਉਣਾ ਸੀ, ਕਥਾ ਕਰਨੀ ਸੀ, ਮੁੜ ਜਾਣਾ ਸੀ। ਫਿਰ ਸੰਤਾਂ ਦੇ ਜਾ ਕੇ ਚਰਨਾਂ ਦੇ ਵਿੱਚ ਬੈਠਾ, ਮੱਥਾ ਟੇਕਿਆ, ਫਿਰ ਮਹਾਂਪੁਰਖਾਂ ਨੇ ਕਿਰਪਾ ਕੀਤੀ, ਦੁਬਾਰਾ ਫਿਰ ਆਇਆ, ਫਿਰ ਮੇਰੇ ਸਿਰ ਤੇ ਹੱਥ ਰੱਖੇ ਦੋਵੇਂ। ਇਹ ਆ ਵੀ ਲੈਣਾ ਤੁਹਾਡੀ ਮਰਜ਼ੀ, ਤੁਸੀਂ ਲਓ। ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਕੇ ਪ੍ਰਾਪਤੀ ਕੀਤੀ, ਇਹਨਾਂ ਤੋਂ ਕਿਣਕਾ ਅੱਗੇ ਤੁਸੀਂ ਲੈ ਲਓ। ਸੋ ਸਤਿਗੁਰੂ ਮਹਾਰਾਜ ਨੇ ਕਿਰਪਾ ਕੀਤੀ ਆ। ਸਮਾਂ ਆਪਣੇ ਕੋਲ ਹੈ ਨਹੀਂ ਹੁਣ, ਬਸ ਬਹੁਤ ਸਮਾਂ, ਸਭ ਨੇ ਘਰਾਂ ਨੂੰ ਵੀ ਜਾਣਾ, ਗ੍ਰਸਤੀ ਬੰਦੇ ਸਾਰੇ। 2 ਮਿੰਟ ਸਿਰਫ ਸਿਮਰਨ ਕਰਨਾ, ਫਿਰ ਸਮਾਪਤੀ ਕਰਨੇ, ਬਾਕੀ ਅਗਲਾ ਪ੍ਰੋਗਰਾਮ ਦੱਸਣਗੇ ਸੈਕਟਰੀ ਸਾਹਿਬ। ਮਹਾਂਪੁਰਖ ਆਏ ਨੇ, ਜੀਵ ਆਇਆਂ ਨੂੰ ਦਰਸ਼ਨ ਦੇ ਤੇ ਸਾਨੂੰ ਸਤਿਗੁਰਾਂ ਦੇ ਦਰਸ਼ਨ ਹੁੰਦੇ ਨੇ, ਮਹਾਂਪੁਰਖਾਂ ਦੇ ਦਰਸ਼ਨ ਹੁੰਦੇ ਨੇ। ਸਤਿਗੁਰੂ ਤਾਂ ਸਭ ਤੋਂ ਵੱਡੇ ਨੇ, ਪਰ ਨਾਲ ਜਿਹੜੇ ਜਿਵੇਂ 10ਵੇਂ ਪਾਤਸ਼ਾਹ ਨੇ, 10ਵੇਂ ਪਾਤਸ਼ਾਹ ਸਭ ਤੋਂ ਵੱਡੇ ਨੇ। ਸਭ ਤੋਂ ਵੱਡਾ ਸਤਿਗੁਰੂ ਨਾਨਕ ਹੈ, ਪਰ 4 ਸਾਹਿਬਜ਼ਾਦੇ ਕਿਹੜਾ ਘੱਟ ਨੇ ਬਈ, ਉਹ ਸਭ ਤੋਂ ਹੀ ਵੱਡੇ ਨੇ। ਤੁਹਾਨੂੰ ਪਤਾ ਉਹਨਾਂ ਦੀ ਕਿੰਨੀ ਚੱਲਦੀ ਹੈ, ਸਾਹਿਬਜ਼ਾਦਿਆਂ ਦਾ ਕਿੰਨਾ ਸਤਿਕਾਰ ਹੁੰਦਾ, ਬਹੁਤ ਜ਼ਿਆਦਾ ਸਤਿਕਾਰ ਆ ਉਹਨਾਂ ਦਾ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। 22 ਸ਼ਹੀਦੀਆਂ ਕਲਗੀਧਰ ਮਹਾਰਾਜ ਦੇ ਪਰਿਵਾਰ ਦੀਆਂ ਯਾਦ ਰੱਖਿਆ। ਉਹ ਸਰਬੰਸ ਦਾਨੀ ਸੱਚੇ ਪਾਤਸ਼ਾਹ ਨੇ ਸਾਡੇ ਲਈ ਸਭ ਕੁਝ ਵਾਰ ਦਿੱਤਾ ਆਪਣਾ। ਬਹੁਤ ਕੁਝ ਹੈ ਇਤਿਹਾਸ ਵਿੱਚ, 5ਵੇਂ ਪਾਤਸ਼ਾਹ ਨੇ ਸਾਡੇ ਲਈ ਬਹੁਤ ਕੁਝ ਕੀਤਾ। ਸਾਰੇ ਸਰੂਪਾਂ ਦਾ ਦੇਣ ਨਹੀਂ ਦੇ ਸਕਦੇ ਆਪਾਂ। ਇੱਕ ਵਾਰੀ ਸਾਰਿਆਂ ਗੁਰਾਂ ਦਾ ਨਾਮ ਜ਼ਰੂਰ ਲਿਆ ਕਰੋ। ਸਵੇਰੇ ਉੱਠ ਕੇ ਇਸ਼ਨਾਨ ਕਰਕੇ ਗੁਰਾਂ ਦਾ ਨਾਮ ਜ਼ਰੂਰ ਲੈਣਾ ਹੈ, ਧਿਆਨ ਧਰਨਾ। ਜੇ ਪਹਿਲੇ ਪਾਤਸ਼ਾਹ ਨਾਮ ਲੈਣਾ ਤਾਂ ਉਹਨਾਂ ਦੇ ਸਥਾਨਾਂ ਦਾ ਧਿਆਨ ਧਰੋ। ਸ੍ਰੀ ਗੁਰੂ ਅੰਗਦ ਦੇਵ ਜੀ ਦਾ ਨਾਮ ਲੈ, ਖਡੂਰ ਸਾਹਿਬ ਦਾ ਧਿਆਨ ਧਰੋ, ਗੁਰੂ ਅਮਰਦਾਸ ਜੀ ਦਾ, ਗੋਇੰਦਵਾਲ ਸਾਹਿਬ ਦਾ, ਗੁਰੂ ਰਾਮਦਾਸ ਸਾਹਿਬ ਮਹਾਰਾਜ, ਸ੍ਰੀ ਹਰਿਮੰਦਰ ਸਾਹਿਬ 5ਵੇਂ ਪਾਤਸ਼ਾਹ ਦਾ, ਉੱਥੋਂ ਦਾ 6ਵੇਂ ਦਾ, ਸ੍ਰੀ ਅਕਾਲ ਤਖਤ ਸਾਹਿਬ 7ਵੇਂ ਪਾਤਸ਼ਾਹ 8ਵੇਂ ਦਾ, ਗੁਰੂ ਗੁਰਕੀਰਤਪੁਰ ਸਾਹਿਬ 9ਵੇਂ ਦਾ ਧਿਆਨ, ਸੀਸਗੰਜ ਸਾਹਿਬ 10ਵੇਂ ਦਾ, ਸ੍ਰੀ ਹਜੂਰ ਸਾਹਿਬ, ਸ੍ਰੀ ਅਨੰਦਪੁਰ ਸਾਹਿਬ। ਮਹਾਰਾਜ ਨੇ ਬੜੀ ਕਿਰਪਾ ਕੀਤੀ। 5 ਪਿਆਰੇ, 4 ਸਾਹਿਬਜ਼ਾਦੇ, 40 ਮੁਕਤੇ, ਸਭ ਦਾ ਨਾਮ ਲਿਆ ਕਰੋ, ਬਹੁਤ ਫਾਇਦਾ ਹੁੰਦਾ ਆਪਾਂ ਨੂੰ। ਆਓ ਪਿਆਰ ਨਾਲ ਅਕਾਲ ਪੁਰਖ ਦਾ ਬਖਸ਼ਿਸ਼ ਕੀਤਾ ਨਾਮ, ਇਹ ਜੋ ਨਾਮ ਵਾਹਿਗੁਰੂ ਮੰਤਰ ਹੈ। ਕਈ ਕਹਿੰਦੇ ਤੁਸੀਂ ਸਾਡੇ ਚੋਂ ਜੰਮੇ ਹੋ। ਮੈਂ ਕਿਹਾ ਪਹਿਲਾਂ ਪੜ੍ਹ ਲਿਆ ਕਰੋ। ਜਦੋਂ ਸ੍ਰਿਸ਼ਟੀ ਦੀ ਹਲੇ ਰਚਨਾ ਨਹੀਂ ਸੀ ਕੀਤੀ, ਜਦੋਂ ਹਲੇ ਸ੍ਰਿਸ਼ਟੀ ਦੀ ਰਚਨਾ ਨਹੀਂ ਸੀ, ਇਹ ਦੁਨੀਆ ਬਣੀ ਨਹੀਂ ਸੀ, ਜਦੋਂ ਕੱਲਾ ਉਹ ਆਪ ਹੀ ਸੀ, ਸੁੰਨ ਸਮਾਧੀ ਆਪ, ਉਦੋਂ ਉਹਨਾਂ ਨੇ ਗੁਰੂ ਨਾਨਕ ਤੂੰ ਰੂਪ ਧਾਰਨ ਕਰਕੇ 36 ਯੁੱਗ ਵਿੱਚ ਵਾ ਵਾ 9 ਯੁੱਗ ਹੇ 9 ਯੁੱਗ ਗੋ ਗੋ ਰੂ ਰੂ 9 ਯੁੱਗ ਕਮਾਈ ਕਰਕੇ 36 ਯੁੱਗ ਵਿੱਚ ਵਾਹਿਗੁਰੂ ਮੰਤਰ ਸ੍ਰਿਸ਼ਟੀ ਦੇ ਰਚਣ ਤੋਂ ਪਹਿਲਾਂ ਹੀ ਰਚ ਦਿੱਤਾ ਸੀ। ਯਾਗ ਬਲਕ ਮੁਨੀ ਨੇ ਇਹ ਗੱਲ ਕਹੀ ਸੀ, ਭਵਿੱਖਤ ਪੁਰਾਣ ਵਿੱਚ ਲਿਖਿਆ ਹੋਇਆ, ਉਹ ਭਵਿੱਖਤ ਪੁਰਾਣ ਹੀ ਪਾੜਤਾ, ਗਾਇਬ ਕਰਤਾ। ਉਹਦੇ 'ਚ ਲਿਖਿਆ ਹੋਇਆ ਕਿ ਵਾਹਿਗੁਰੂ ਮੰਤਰ ਇੰਨਾ ਮਹਾਨ ਮੰਤਰ ਹੈ, ਜਿਹਨੂੰ ਆ ਕੇ ਨਿਰੰਕਾਰ ਜੀ ਗੁਰੂ ਨਾਨਕ ਦੇ ਰੂਪ 'ਚ ਹੋ ਕੇ ਦੇਣਗੇ ਸਭ ਨੂੰ। ਉਹਦੇ ਚੇਲੇ ਕਹਿੰਦੇ ਸੀ ਸਾਨੂੰ ਤੁਸੀਂ ਦੇ ਦਿਓ ਵਾਹਿਗੁਰੂ ਮੰਤਰ। ਉਹ ਕਹਿੰਦੇ ਮੈਂ ਇਹਦਾ ਅਧਿਕਾਰ ਨਹੀਂ ਰੱਖਦਾ, ਮੈਂ ਦੇ ਨਹੀਂ ਸਕਦਾ। ਵਾਹਿਗੁਰੂ ਮੰਤਰ ਤਾਂ ਗੁਰੂ ਨਾਨਕ ਸਾਹਿਬ ਦੇਣਗੇ, ਮੂਲ ਮੰਤਰ ਉਹਨਾਂ ਨੇ ਹੀ ਦੇਣਾ ਆ ਕੇ ਸ੍ਰਿਸ਼ਟੀ ਨੂੰ। ਸਾਡੇ ਸਤਿਗੁਰਾਂ ਨੇ ਸਾਨੂੰ ਵਾਹਿਗੁਰੂ ਮੰਤਰ ਬਖਸ਼ਿਆ, ਮੂਲ ਮੰਤਰ ਬਖਸ਼ਿਆ। ਕਦੇ ਨੀਝ ਲਾ ਕੇ ਸੁਖਮਨੀ ਸਾਹਿਬ ਦਾ ਪਾਠ ਕਰੋ, ਇੱਕ ਇੱਕ ਪੰਕਤੀ ਕੀ ਕਹਿੰਦੀ ਹੈ, ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ, ਪ੍ਰਭ ਕੈ ਸਿਮਨ। ਤੁਸੀਂ ਕਹਿੰਦੇ ਵਾਹਿਗੁਰੂ ਕਿਹਾ ਕੀ ਹੋ ਜੂ, ਉਹ ਲਿਖਿਆ ਤਾਂ ਹੋਇਆ, ਉਹ ਸਾਰਾ ਕੁਝ ਹੀ ਹੋ ਜੂ। ਫਿਰ ਇਹ ਵੀ ਲਿਖਿਆ ਹਰ ਸਿਮਰਨ ਮੈਂ ਆਪ ਨਿਰੰਕਾਰਾ। ਜਿੱਥੇ ਹਰੀ ਦਾ ਸਿਮਰਨ ਹੁੰਦਾ
मैं कह रहा कनेडा आही लै जी हुण तुहानूं कराऊंगा बोल रहा सी, उत्थे एक डॉक्टर साहब सीगे, उहदा ते बड़ी किरपा सी महाराज जी। डॉक्टर साहब बाद च कहंदे मैं अज इन्ना खुश, कहंदे अज सिमरन कराया, 10वें पातशाह स्टेज ते इधर खड़े, पहले पातशाह इधर खड़े, कहने शहीद सिंघां ने बड़े बड़े ढोलकियां चके, कहने उच्ची उच्ची उन्होंने भी वाहिगुरू मंत्र किया, देवतिया ने भी जपिया। तो साध संगत सारे ही जपते ने, दरख्त भी जपते ने, आकाश भी जपदा, तारे चंद्रमा भी नाम जपते ने। आओ तुसी भी जपो, तुहाडा भी साडा सबना दा उधार होवे, सतगुरु साडे ते किरपा करन। 4 बारी दास बोलेगा, 4 बारी आप संगतां ने पिछे बोलना है, एक मन हो जाना, अपने आप ही टिक जाओ। महानता जानो कि 36 युग तक तैयार करन विच ही समा लग गया। जे कहो उदाहरण की है, 36 युग वरतै गुबारा, ताड़ी लाई सिरजनहारै, धुंधुकार निरालम बैठा, ना तद धंद पसारा है। पढ़ लियो मारू सोलियां दे विच, पढ़ लियो, ये सर्वलोह प्रकाश विच लिखिया होया है, मैनूं भी उत्थों लभ्या सी। प्यार सत्कार नाल सब ने जपना है, वाहेगुरू वाहेगुरू वाहेगुरू, धन वाहेगुरू, जपो वाहेगुरू वाहेगुरू वाहेगुरू, धन वाहेगुरू। 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 वस मेरे प्यारिया वस मेरे गोविंदा, हर कर कृपा मन वस जियो। वस मेरे प्यारिया वस मेरे गोविंदा, हर कर कृपा मन वस जियो। वाहेगुरू वाहेगुरू वाहेगुरू।
ਧੰਨ ਵਾਹਿਗੁਰੂ। तुम मात पिता हम बारिक तेरे, तुमरी कृपा में है सुख कनेरे। तुम मात ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਦੇਵ ਗੋਬਿੰਦ ਰੂਪ, ਗੁਰੂ ਨਾਨਕ ਗੋਬਿੰਦ ਰੂਪ, ਗੁਰੂ ਨਾਨਕ ਦੇਵ ਗੋਬਿੰਦ। ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਧੰਨ ਗੁਰੂ ਨਾਨਕ ਧੰਨ ਗੁਰੂ ਗ੍ਰੰਥ ਸਾਹਿਬ ਤੂੰ ਹੀ ਨਿਰੰਕਾਰ, ਧੰਨ ਗੁਰੂ ਗ੍ਰੰਥ ਸਾਹਿਬ ਤੂੰ ਹੀ ਨਿਰੰਕਾਰ, ਧੰਨ ਗੁਰੂ ਗ੍ਰੰਥ ਸਾਹਿਬ ਤੂੰ ਹੀ ਨਿਰੰਕਾਰ, ਧੰਨ ਗੁਰੂ ਗ੍ਰੰਥ ਸਾਹਿਬ ਤੂੰ ਹੀ ਨਿਰੰਕਾਰ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ ਕੋਇ। ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵਡਿਆਵਰ ਨਾ ਕੋਇ। तुम मात पिता हम बारिक तेरे, तुमरी कृपा में है सुख कनेरे। तुम मात पिता हम बारिक तेरे, तुमरी कृपा में है सुख कनेर। धन गुरु गोबिंद सिंह जी, धन माता साहिब कौर। धन गुरु गोबिंद सिंह जी, धन माता साहिब कौर। धन गुरु गोबिंद सिंह जी, धन माता साहिब कौर। धन गुरु गोबिंद सिंह जी, धन माता साहिब कौर। धन गुरु गोबिंद सिंह जी, धन माता साहिब कौर। धन गुरु गोबिंद सिंह जी, धन माता साहिब कौर। धन गुरु गोबिंद सिंह जी, धन माता साहिब कौर। धन गुरु गोबिंद सिंह जी, धन माता साहिब कौर। वाहे
ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਵਾਹਿ ਸੋ ਇਸ ਤਰ੍ਹਾਂ ਸਾਧ ਸੰਗਤ ਵਾਹਿਗੁਰੂ ਮੰਤਰ ਦਾ ਅਭਿਆਸ ਗੱਡੀਆਂ ਦੇ ਵਿੱਚ ਜਾਂਦੇ ਆਉਂਦੇ ਵੀ ਕੋਈ ਹੋਰ ਚੀਜ਼ ਨਾ ਲਾਓ, ਕਥਾ ਲਾਓ। ਕਥਾ ਆਪਣੀ ਮਾਤਾ ਹੈ। ਇਸੇ ਪ੍ਰਕਾਰ ਕੀਰਤਨ ਪੁੱਤਰ ਹੈ ਉਹਨਾਂ ਦਾ। ਪਿਤਾ ਕੌਣ ਹੈ? ਪ੍ਰੇਮ। ਪ੍ਰੇਮ ਨਾਲ ਕਥਾ ਕੀਰਤਨ ਸੁਣੋ, ਵਾਹਿਗੁਰੂ ਮੰਤਰ ਦਾ ਅਭਿਆਸ ਕਰੋ, ਸ਼ੁੱਧ ਬਾਣੀ ਪੜ੍ਹੋ। ਸਤਿਗੁਰੂ ਸਭ 'ਤੇ ਕਿਰਪਾ ਕਰਨ। ਬਹੁਤ ਬਹੁਤ ਧੰਨਵਾਦ ਸਤਿਗੁਰੂ ਨਾਨਕ ਸਾਹਿਬ, ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਬਹੁਤ ਬਹੁਤ ਧੰਨਵਾਦ। ਸਾਰੇ ਮਹਾਂਪੁਰਖਾਂ ਦਾ, ਸੰਤ ਬਾਬਾ ਸਾਧੂ ਸਿੰਘ ਜੀ ਦਾ, ਸੰਗੀਆਂ ਸਾਥੀਆਂ ਦਾ, ਇਲਾਕਾ ਨਿਵਾਸੀਆਂ ਦਾ, ਸਭਨਾਂ ਦਾ ਧੰਨਵਾਦ। ਕੋਈ ਮਹਾਂਪੁਰਖ ਕਿਹਾ ਕਰਦੇ ਸੀ, ਕਹਿੰਦੇ ਸਪੀਕਰ ਵਾਲੇ ਦਾ ਭਾਈ ਧੰਨਵਾਦ ਕਰਦੇ ਜਿਹਨੇ ਇੰਨਾ ਵਧੀਆ ਸਪੀਕਰ ਲਾਇਆ ਹੋਇਆ। ਕਹਿੰਦੇ ਇਹਦਾ ਆਪਾਂ ਕਰਦੇ ਹੀ ਨਹੀਂ ਹੈਗੇ। ਮੈਂ ਕਿਹਾ ਇਹ ਵੀ ਗੱਲ ਸਹੀ ਹੈ ਤੁਹਾਡੀ, ਸਭ ਦਾ ਹੀ ਧੰਨਵਾਦ ਆ ਭਾਈ। ਲੰਗਰ ਬਣਾਇਆ, ਛਕਾਇਆ। ਢਾਡੀ ਪਟਿਆਲੇ ਕਹਿੰਦੇ ਇੱਕ ਵਾਰੀ ਬਸੰਤ ਪੰਚਮੀ 'ਤੇ ਕਹਿੰਦੇ ਸਾਧ ਸੰਗਤ ਧੰਨ ਹੈ, ਧੰਨ ਆ ਉਹ ਜਿਨ੍ਹਾਂ ਨੇ ਲੰਗਰ ਕੱਲ੍ਹ ਦਾ ਬਣਾਉਣ ਲੱਗੇ ਹੋਏ ਆ, ਕੜਾਹੇ ਭਰਤੇ, ਜਲੇਬੀਆਂ ਬਣਾਤੀਆਂ। ਧੰਨ ਹੈ ਸਾਧ ਸੰਗਤ ਜਿਹੜੀ ਛਕਦੀ ਹੈ। ਕਹਿੰਦੇ ਜੇ ਤੁਸੀਂ ਛਕੋ ਹੀ ਨਾ ਵਿਚਾਰਿਆਂ ਦਾ ਖਰਾਬ ਹੋ ਜੂ ਪਿਆ ਪਿਆ। ਇਸ ਕਰਕੇ ਸਾਰੇ ਹੀ ਧੰਨ ਹੈ, ਇੱਥੇ ਜੋ ਵੀ ਹੈ ਸਭ ਧੰਨ ਹੀ ਆ। ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਣੀ। ਬੇਅੰਤ ਗਲਤੀਆਂ ਹੋ ਗਈਆਂ ਹੋਣਗੀਆਂ। ਅੱਜ ਸਾਨੂੰ ਥੋੜ੍ਹਾ ਮੀਂਹ ਨੇ ਘੇਰ ਲਿਆ ਰਾਹ 'ਚ, ਬਹੁਤ ਮੀਂਹ। ਕਹਿੰਦਾ ਅੱਜ ਜਿਵੇਂ ਕਲ ਜੋ ਕਹਿੰਦਾ ਜਾਣ ਨਹੀਂ ਦੇਣਾ। ਅੱਜ ਐਡਾ ਝੱਖੜ, ਮੀਂਹ, ਹਨੇਰੀ। ਚਲੋ ਖੈਰ ਮਹਾਂਪੁਰਖਾਂ ਦੀ ਕਿਰਪਾ ਰਹੀ। ਜਾਮ ਬਹੁਤ ਲੱਗੇ, ਰਸਤੇ 'ਚ ਰੁਕਾਵਟਾਂ ਬੜੀਆਂ ਆਈਆਂ, ਇੱਥੇ ਤੱਕ ਰੁਕਾਵਟ ਹੀ ਪੈਂਦੇ ਰਹੇ। ਫਿਰ ਵੀ ਕਿਵੇਂ ਨਾ ਕਿਵੇਂ ਮਹਾਰਾਜ ਗੁਰੂ ਨਾਨਕ ਸਾਹਿਬ ਲੈ ਆਏ, ਬੜੀ ਕਿਰਪਾ ਕੀਤੀ। ਥੋੜ੍ਹੇ ਦਰਸ਼ਨ ਹੋ ਗਏ ਸੰਗਤ ਦੇ, ਸਾਡਾ ਵੀ ਜੀਵਨ ਸਫਲਾ ਹੋ ਗਿਆ। ਸਤਿਗੁਰੂ ਕਿਰਪਾ ਕਰਨ, ਮੇਰੇ 'ਤੇ ਵੀ ਕਿਰਪਾ ਕਰੋ, ਸਿੱਖੀ ਬਖਸ਼ੋ, ਨਾਮਦਾਨ ਬਖਸ਼ੋ। ਮਹਾਂਪੁਰਖਾਂ ਦੀ ਰਹਿਮਤ ਸਦਾ ਸਾਡੇ 'ਤੇ ਬਣੀ ਰਹੇ। ਪਿਆਰ ਸਤਿਕਾਰ ਨਾਲ ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।